वाहिगुरु जी का खालसा वाहिगुरु जी की फतेह। गुरु चरणा विच बड़े ही प्रेम सहित शाम के दीवाना विच आप जी जुड़ बैठे हो। पुत्रां दे दानी सरबंस दानी पिता बादशाह दरवेश बाजा ताजा दे मालक गुरु कलगीधर पातशाह जी दे आगमन पुरब प्रकाश पुरब ते सारियां संगतां नूं लख लख बधाइयां। भागा भरिया दिन है। सतगुरां दे प्यार दे विच गुरु नानक नाम लेवा सिख हर थां ते जुड़ बैठ करके अज दे इस दिवस नूं मना रहे ने। आओ सब तो पहला गुर इतिहास जी की पावन कथा जिसनों आपां निता प्रत सरवण करते हाँ सांझ पाइए। कल शाम के दीवाना विच आप जी ने सरवण कीता सी। भगत प्रहलाद जी अपनी कथा अपने मुखारबिंद तो सुना रहे हैं। जिस वेले भगत प्रहलाद का अवतार होया उन्होंने गुरती प्राप्त सी नारद मुनि जी की। जिन्हां ने गुरती के रूप दे विच भगती झोली विच पा दी। बेशक उम्र बहुत छोटी है पर ज्ञान वड्डा सी। बच्चियां दे नाल खेडण विच चित नहीं लाउंदे। चुपचाप रहिंदे ने अकाल पुरख दी बंदगी विच जुड़े रहिंदे आ। 5 साल की उम्र तक भगत प्रहलाद जी चुप अते शांत ने, किसी विच बहुता उठते बहिंदे नहीं। जदों 5 सालां की उम्र हो गई पिता ने सोचा क्यों ना अपने बच्चे नूं पढ़ने पावां। राक्षां दे बच्चियां दे जो टीचर सन जिन्हां दा नाम है संडा वर्का, राजे हिरण्यकशिप ने अपनी कचहरी विच उन्हां नूं बुलाया, अपना पुत्र सौंपिया। इनू राज विद्या सिखाओ, राजनीति सिखाओ। भगत प्रहलाद जमात विच जांदे आ, गुरु धारण कर लिया। जो वो पढ़ाउंदे ने वो समझ नहीं आउंदा, रब की बंदगी च जुड़े रहंदे। कुछ समा बतीत होया, पिता ने फिर बुलाया, अपनी गोद च बिठा के पुछदे आ पुत पाठ सुना की सीख के आए। भगत प्रहलाद कहते मैं अपने पिता नूं कह दिता बापू जी मोह माया त्यागो, परमेश्वर की बंदगी करो, जंगलों में बैठो, आनंद च रहो। आ जेड़े पदार्थों की दौड़ में तुसी तुरे फिरदे हो, इहदे विच सुख नहीं है।
ਪਿਤਾ ਜੀ ਸੁਣ ਕੇ ਬੜੇ ਹੈਰਾਨ ਹੁੰਦੇ ਰਹੇ ਵੀ ਇੰਨੀ ਛੋਟੀ ਉਮਰ ਵਿੱਚ ਐਡੀਆਂ ਵੱਡੀਆਂ ਗੱਲਾਂ ਮੇਰਾ ਪੁੱਤ ਕਿਉਂ ਕਰਦਾ ਹੈ। ਇਹ ਸਾਰੇ ਪ੍ਰਸੰਗ ਭਗਤ ਪ੍ਰਹਿਲਾਦ, ਭਾਈ ਬਾਲਾ ਜੀ, ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨਾ ਜੀ ਨੂੰ ਸੁਣਾ ਰਹੇ ਨੇ। ਆਓ ਆਪਾਂ ਵੀ ਕੁਝ ਕੁ ਸਮਾਂ ਇਹਨਾਂ ਪ੍ਰਸੰਗਾਂ ਦਾ ਆਨੰਦ ਮਾਣੀਏ। ਲਵਾਓ ਹਾਜ਼ਰੀ, ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਸਰਵਨ ਮਹਿ ਜਬ ਅਸਬਾਨੀ, ਬਿਸਮਤ ਹਸਿਓ ਤਬੈ ਅਗਿਆਨੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਕਸ਼ ਬੈਠੇ ਭਗਤ ਪ੍ਰਹਿਲਾਦ ਆਪਣੇ ਜੀਵਨ ਦੀ ਵਾਰਤਾ ਨੂੰ ਸੁਣਾਉਂਦੇ ਨੇ। ਕਹਿੰਦੇ ਪਾਤਸ਼ਾਹ, ਜਦੋਂ ਮੈਂ ਆਪਣੇ ਪਿਤਾ ਨੂੰ ਇਹ ਗਿਆਨ ਦੀ ਗੱਲ ਸੁਣਾਈ ਵੀ ਰੱਬ ਦੀ ਬੰਦਗੀ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ ਆ, ਜਗ ਦੇ ਪਦਾਰਥ, ਜਗ ਦੇ ਸੁੱਖ ਤੁੱਛ ਨੇ, ਪਿਤਾ ਮੇਰਾ ਮੇਰੇ ਮੁਖ ਵੱਲ ਵੇਖਦਾ ਸੀ ਵੀ ਇਹ ਕਿਹੜੀ ਵਿਦਿਆ ਹੈ, ਇਹ ਕਿਹੜਾ ਗਿਆਨ ਹੈ ਜੋ 5 ਸਾਲ ਦੀ ਉਮਰ ਦੇ ਵਿੱਚ ਮੇਰਾ ਪੁੱਤ ਮੈਨੂੰ ਸੁਣਾ ਰਿਹਾ ਹੈ। ਪਰ ਕਹਿੰਦੇ ਮੇਰਾ ਗਿਆਨ ਉਹਦੀ ਸਮਝ ਵਿੱਚ ਨਹੀਂ ਸੀ ਆਉਂਦਾ, ਉਹ ਸੀ ਮਾਇਆ ਵਿੱਚ ਅਗਿਆਨੀ ਝੱਲਾ ਹੋਇਆ ਸੀ। ਪਿਤਾ ਹਿਰਣਕਸ਼ਪ ਮਾਇਆ ਦੇ ਨਸ਼ੇ ਵਿੱਚ ਇੰਨਾ ਧੋਤਾ ਹੈ, ਉਹਨੂੰ ਆਪਣੇ ਆਪ ਤੋਂ ਵੱਧ ਕੁਝ ਦਿਸਦਾ ਹੀ ਨਹੀਂ। ਮੈਂ ਆਪਣੇ ਪਿਤਾ ਨੂੰ ਸੁਣਾਇਆ, ਪਿਤਾ ਜੀ ਇਹੋ ਹੀ ਸੱਚਾ ਗਿਆਨ ਹੈ, ਇਹੋ ਮੈਂ ਪੜ੍ਹਿਆ ਸੁਣਿਆ ਏ। ਕਹਿ ਸੰਡੇ ਸੋਂ ਬਚਿਆ ਸਰੀਤਾ, ਇਸ ਬਾਲਕ ਕੀ ਮਤ ਵਿਪਰੀਤਾ। ਜਦੋਂ ਪਿਤਾ ਨੇ ਮੇਰੇ ਪਾਸੋਂ ਇਹ ਬਚਨ ਸੁਣੇ, ਉਹਨੂੰ ਇਹ ਪਚੇ ਨਾ, ਹਜਮ ਨਾ ਹੋਏ, ਭਾਵ ਚੰਗੇ ਨਾ ਲੱਗੇ। ਉਸੇ ਵੇਲੇ ਹਿਰਣਕਸ਼ਪ ਨੇ ਸੰਡੇ ਮਰਕੇ ਨੂੰ ਆਪਣੀ ਕਚਹਿਰੀ 'ਚ ਬੁਲਾਇਆ, ਜੋ ਵਿਦਿਆ ਪੜ੍ਹਾਉਂਦੀ ਸੀ। ਪੁੱਛਦਾ ਇਹ ਕਿਹੜੀ ਖੋਟੀ ਮੱਤ ਪੜ੍ਹ ਰਹੇ ਹੋ, ਕੀ ਸਿਖਾ ਰਹੇ ਹੋ? ਮੇਰੇ ਬੱਚੇ ਦੀ ਮੱਤ ਐਸੀ ਨਹੀਂ ਸੀ ਜੈਸੀ ਤੁਸੀਂ ਬਣਾ ਦਿੱਤੀ। ਹੁਣ ਦੇਖੋ, ਮਨਮੁਖ ਬੰਦੇ ਨੂੰ ਭਗਤੀ, ਪੂਜਾ, ਸਿਮਰਨ ਵੇਲਿਆਂ ਦਾ ਕੰਮ ਲੱਗਦਾ ਹੈ, ਖੋਟੀ ਮੱਤ ਲੱਗਦੀ ਹੈ, ਤੇ ਬੰਦਗੀ ਵਾਲਿਆਂ ਨੂੰ ਮਨਮੁਖਤਾਈ ਚੰਗੀ ਨਹੀਂ ਲੱਗਦੀ। ਭਗਤ ਪ੍ਰਹਿਲਾਦ ਕਹਿੰਦੇ ਮੈਂ ਸੁਣਦਾ ਰਿਹਾ ਪਰ ਬੋਲਿਆ ਨਾ। ਮੈਨੂੰ ਪਤਾ ਸੀ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ, ਮੇਰਾ ਰੱਬ ਬੋਲੇਗਾ। ਕਿਸੇ ਦੇ ਮਾੜਾ ਕਿਹਾ ਰੱਬ ਨੇ ਛੋਟਾ ਨਹੀਂ ਹੋਣਾ, ਉਹਨੂੰ ਫਰਕ ਨਹੀਂ ਪੈਂਦਾ। ਪਿਤਾ ਮੇਰੇ ਨੇ ਕਹਿੰਦੇ ਰੱਬ ਨੂੰ ਵੀ ਗਾਲਾਂ ਕੱਢੀਆਂ। ਮੇਰੇ ਉਸਤਾਦ, ਮੈਨੂੰ ਪੜ੍ਹਾਉਣ ਵਾਲੇ ਪਾਠਸ਼ਾਲਾ ਵਿੱਚ ਸੰਡਾ ਮਰਕਾ, ਉਹਨਾਂ ਨੂੰ ਵੀ ਕਹਿੰਦੇ ਆ, ਕਹਿੰਦੇ ਇਹਦੀ ਮੱਤ, ਇਹਦੀ ਖੋਪੜੀ ਪੁੱਠੀ ਹੈ, ਇਹ ਗੱਲਾਂ ਅੱਜ ਕੱਲ੍ਹ ਠੀਕ ਨਹੀਂ ਕਰਦਾ, ਇਹਨੂੰ ਪਿਆਰ ਨਾਲ ਸਮਝਾਓ। ਜੋ ਇਹ ਗੱਲਾਂ ਕਰਦਾ ਹੈ ਅੱਜ ਤੇ ਠੀਕ ਹੈ, ਕੱਲ ਵੱਡਾ ਹੋ ਕੇ ਕਰੂਗਾ, ਮੇਰੇ ਲਈ ਖਤਰਾ ਹੋਵੇਗਾ। ਓ ਗੁਣ ਖਾਨ ਕਹਿਤ ਮੁਖ ਬਾਨੀ, ਕਿਸਨੇ ਇਸ ਕੋ ਐਸ ਸਿਖਾਨੀ। ਝੜਕ ਕੇ ਪੈਂਦਾ ਏ, ਕਿਹਨੇ ਇਹਨੂੰ ਇਹ ਸਿਖਾਇਆ ਏ, ਔਗਣ ਕਿਹਨੇ ਸਿਖਾਤੇ। ਭਗਤ ਪ੍ਰਹਿਲਾਦ ਕਹਿੰਦੇ ਮੈਂ ਕਰਦਾ ਸੀ ਰੱਬ ਦੀ ਬੰਦਗੀ। ਸਾਧੂ ਜਨ ਸਿਮਰਨ ਵਾਲੇ ਕਹਿੰਦੇ ਸੀ ਤੇਰੀ ਮਾਂ ਧਨ, ਤੇਰਾ ਪਰਿਵਾਰ ਧਨ, ਬੱਚਿਆ ਜਿਹਦੇ ਘਰ ਬਹਿ ਕੇ ਤੂੰ ਬੰਦਗੀ ਕਰਦਾ ਹੈ, ਕਹਿੰਦੇ ਮੇਰੇ ਆਪਣੇ ਆਖਦੇ ਆ ਇਹ ਔਗਣਾ ਦਾ ਭਰਿਆ। ਬੰਦਗੀ ਕਰਨ ਵਾਲੇ ਨੂੰ ਉਹਦੀ ਪਹਿਲੀ ਨਿਸ਼ਾਨੀ ਹੈ ਉਹਦਾ ਆਪਣਾ ਪਰਿਵਾਰ ਕਦੇ ਵੀ ਐਕਸੈਪਟ ਨਹੀਂ ਕਰਦਾ। ਜਿੱਦਣ ਤੁਹਾਡੀ ਬੰਦਗੀ ਤੇ ਇਬਾਦਤ ਵੱਡੀ ਹੋ ਗਈ ਨਾ, ਤੁਹਾਡੇ ਵਿਰੋਧੀ ਉੱਠਣਗੇ ਬਾਹਰੋਂ ਨਹੀਂ, ਆਪਣੇ ਹੀ ਪਰਿਵਾਰ ਚੋਂ, ਆਪਣੇ ਹੀ ਸ਼ਰੀਕੇ ਚੋਂ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਮੇਰੇ ਸਾਹਮਣੇ ਮੇਰਾ ਪਿਤਾ ਹੀ ਮਾੜਾ ਬੋਲਦਾ ਹੈ। ਇੱਥੋਂ ਤੱਕ ਉਹਨੇ ਮੇਰੇ ਟੀਚਰਾਂ ਨੂੰ ਮਾੜਾ ਬੋਲਿਆ। ਸੰਡਾ ਵਰਕਾ ਜੋ ਰਾਖਸ਼ਾਂ ਦੇ ਟੀਚਰ ਨੇ, ਬੱਚਿਆਂ ਨੂੰ ਪੜ੍ਹਾਉਂਦੇ ਆ, ਕਹਿੰਦੇ ਆ ਰੱਬ ਦੀ ਗੱਲ ਇਹਨੂੰ ਕਿਹਨੇ ਸਿਖਾਈ ਹੈ।
ਕਿਉਂਕਿ ਕਿਤੇ ਨਾ ਕਿਤੇ ਅੰਦਰ ਪਾਪ ਸੀ। ਹਿਰਣਕਸ਼ਿਪ ਨੂੰ ਪਤਾ ਸੀ ਜੇ ਰੱਬ ਦੀ ਗੱਲ ਮੇਰੇ ਘਰ ਵਿੱਚ ਆ ਗਈ ਤੇ ਮੈਨੂੰ ਨਹੀਂ ਛੱਡਣਾ। ਹੰਕਾਰੀ ਹੈ। ਹੰਕਾਰੀ ਮਨੁੱਖ ਕਦੇ ਵੀ ਭਗਤੀ ਪਸੰਦ ਨਹੀਂ ਕਰਦਾ। ਉਤੋਂ ਭਗਤੀ ਵਾਲਿਆਂ ਦੀ ਸਿਫਤ ਕਰਦਾ ਪਰ ਅੰਦਰੋਂ ਸੜ ਚੁੱਕਿਆ ਹੁੰਦਾ। ਸੰਡਾ ਵਰਕਾ ਹੈਰਾਨ ਹੋ ਕੇ ਆਖਣ ਲੱਗੇ, ਕਹਿੰਦੇ ਰਾਜਨ ਅਸੀਂ ਤੇ ਨਹੀਂ ਸਿਖਾਇਆ। ਜੋ ਪ੍ਰਹਿਲਾਦ ਬੋਲਦੇ ਨੇ, ਰਾਜਪੁੱਤਰ ਬੋਲਦੇ ਨੇ, ਇਹ ਸਾਡੀ ਵਿਦਿਆ ਨਹੀਂ ਹੈ। ਕਿਹ ਰਿਖ ਕੋ ਨ ਕਰਨ ਦਿਓ ਸੰਗਾ, ਨਿਜ ਗ੍ਰਹਿ ਰਾਖ ਪੜਾਓ ਨਿਸੰਗਾ। ਹੁਣ ਇਸ ਗੱਲ ਦਾ ਰੌਲਾ ਪੈ ਗਿਆ। ਹਿਰਣਕਸ਼ਿਪ ਕਹਿੰਦਾ ਇਹ ਮੇਰੇ ਘਰ ਚੋਂ ਨਹੀਂ ਸਿੱਖਿਆ ਹੋਇਆ, ਕਿਉਂਕਿ ਇੱਥੇ ਤੇ ਰਾਖਸ਼ਾਂ ਦੀਆਂ ਗੱਲਾਂ, ਮਨਮੁਖਾਂ ਦੀਆਂ ਗੱਲਾਂ ਨੇ। ਇੱਥੇ ਤੇ ਰੱਬ ਯਾਦ ਕਿਸੇ ਨੂੰ ਨਹੀਂ, ਇਹ ਰੱਬ ਦੀ ਗੱਲ ਕਰਦਾ ਹੈ। ਸੰਡਾ ਵਰਕਾ ਨੇ ਹੱਥ ਜੋੜ ਕੇ ਆਖਿਆ, ਮਾਈ ਬਾਪ ਸਾਥੋਂ ਹੋ ਗਈ ਗਲਤੀ, ਅੱਗੋਂ ਧਿਆਨ ਰੱਖਾਂਗੇ, ਪਰ ਇਹ ਵਿਦਿਆ ਸਾਡੀ ਨਹੀਂ, ਇਹ ਬਚਨ ਸਾਡੇ ਨਹੀਂ, ਇਹ ਬੋਲ ਸਾਡੇ ਨਹੀਂ। ਪਤਾ ਨਹੀਂ ਕਿਹਨੇ ਸਿਖਾਇਆ। ਹਿਰਣਕਸ਼ਿਪ ਜਾਣਦਾ ਸੀ। ਕਹਿੰਦਾ ਇਹਨੂੰ ਕਿਸੇ ਫਕੀਰ ਨੇ ਪੜਾਇਆ ਲੱਗਦਾ ਹੈ। ਇਹ ਸੋਝੀ, ਇਹ ਗਿਆਨ, ਇਹ ਗੱਲਾਂ ਕਿਸੇ ਸਾਧ ਦੀਆਂ ਲੱਗਦੀਆਂ ਨੇ। ਭਾਵ ਨਾਰਦ ਮੁਨੀ ਉਹ ਸਾਧੂ ਨੇ ਵੀ ਉਹ ਸਿਖਾ ਕੇ ਜਾਂਦੇ ਲੱਗਦਾ। ਅੱਜ ਪਿਤਾ ਨੇ ਆਪਣੇ ਪੁੱਤਰ ਦੀ ਕਸਟਡੀ ਸੰਡੇ ਵਰਕੇ ਨੂੰ ਦਿੱਤੀ ਹੈ, ਜੋ ਰਾਖਸ਼ ਨੇ, ਰਾਖਸ਼ਾਂ ਦੇ ਗੁਰੂ ਨੇ, ਟੀਚਰ ਨੇ, ਪੜਾਉਂਦੇ ਨੇ ਉਹਨਾਂ। ਕਹਿੰਦਾ ਅੱਜ ਤੋਂ ਬਾਅਦ ਇਹ ਮੇਰੇ ਰਾਜ ਮਹਿਲ 'ਚ ਨਹੀਂ ਰਹੇਗਾ, ਤੁਸੀਂ ਲੈ ਕੇ ਜਾਓ। ਆਪਣੇ ਘਰ ਹੀ ਰੱਖਣਾ, ਧਿਆਨ ਥੱਲੇ, ਨਿਗਰਾਨੀ ਥੱਲੇ ਰੱਖਣਾ ਹੈ। ਨਾ ਕਿਸੇ ਨਾਲ ਬੋਲਣ ਦੇਣਾ, ਨਾ ਕਿਸੇ ਨਾਲ ਮਿਲਣ ਦੇਣਾ। ਕੇਵਲ ਸਾਡੇ ਹੀ ਬੱਚਿਆਂ ਝੂਠੇ ਬੈਠੇ, ਭਾਵ ਰਾਖਸ਼ਾਂ ਦੇ ਬੱਚੇ, ਤਾਂ ਜੋ ਮੱਤ ਉਹੋ ਜੀ ਰਵੇ, ਚੰਗੇ ਪਾਸੇ ਨਾ ਜਾਣ। ਸੰਡਾ ਵਰਕਾ ਡਰੇ ਹੋਏ ਸੀ। ਕਹਿੰਦੇ ਜੀ ਅਸੀਂ ਲੈ ਕੇ ਜਾਵਾਂਗੇ, ਆਪਣੇ ਘਰ ਰੱਖਾਂਗੇ। ਅੱਜ ਤੋਂ ਬਾਅਦ ਕਹਿੰਦੇ ਪ੍ਰਹਿਲਾਦ ਪਾਠਸ਼ਾਲਾ ਨਹੀਂ ਜਾਣਗੇ, ਸਕੂਲ ਨਹੀਂ ਜਾਏਗਾ। ਇਹਨੂੰ ਜੋ ਪੜਾਇਆ ਜਾਣਾ ਹੈ ਟੀਚਰ ਆਪਣੇ ਘਰ ਰੱਖ ਕੇ ਪੜਾਉਣਗੇ। ਪਿਤਾ ਨੇ ਹੁਕਮ ਦੇ ਦਿੱਤਾ, ਇਹਨੂੰ ਇੱਥੋਂ ਲੈ ਜਾਓ, ਆਪਣੇ ਕੋਲ ਰੱਖ ਕੇ ਪੜਾਉਣਾ ਹੈ, ਤੇ ਮੈਂ ਇਹਦਾ ਟੈਸਟ ਲੈਣਾ ਹੈ। ਇਹ ਤੂੰ ਪੁੱਛਣਾ ਮੈਂ ਕੀ ਸਿੱਖ ਕੇ ਆਇਆ। ਅੰਦਰੋਂ ਕਿਤੇ ਨਾ ਕਿਤੇ ਹਿਰਣਕਸ਼ਿਪ ਨੂੰ ਲੱਗਦਾ ਸੀ ਵੀ ਮੇਰਾ ਪੁੱਤ ਮੇਰੇ ਤੋਂ ਗਲਤ ਦਿਸ਼ਾ ਜਾ ਰਿਹਾ ਹੈ। ਗਲਤ ਕਿਉਂ? ਜੇ ਆਪਾਂ ਗਲਤ ਰਾਹ ਹੋਵਾਂਗੇ, ਅਸੀਂ ਕਦੇ ਨਹੀਂ ਕਹਿੰਦੇ ਮੈਂ ਗਲਤ ਹਾਂ। ਚੰਗੇ ਰਾਹ ਤੇ ਚੱਲਣ ਵਾਲੇ ਨੂੰ ਕਹਿਣਾ ਇਹ ਗਲਤ ਤੁਰਿਆ ਜਾਂਦਾ, ਮੈਂ ਤੇ ਠੀਕ ਹਾਂ। ਕਿਉਂਕਿ ਹਰ ਬੰਦੇ ਨੂੰ ਆਪਣਾ ਰਸਤਾ, ਆਪਣੀ ਗੱਡੀ ਚਲਾਉਣੀ ਚੰਗੀ ਲੱਗਦੀ ਹੈ, ਦੂਜੇ ਦੀ ਹਮੇਸ਼ਾ ਹੀ ਗਲਤ। ਵੇਖ ਲਿਓ ਕਦੇ ਇੱਕ ਗੱਡੀ 'ਚ ਇੱਕ ਸੀਟ ਤੇ ਦੋ ਡਰਾਈਵਰ ਹੋ ਜਾਣਗੇ, ਖੱਬੇ ਵਾਲਾ ਚੁੱਪ ਹੀ ਨਹੀਂ ਕਰਦਾ, ਬ੍ਰੇਕ ਮਾਰਤੀ ਹੋਏ, ਕਲੱਚ ਦਾ ਪਤਾ, ਰੇਸ ਦੇਤੀ, ਰੋਕਿਆ ਕਿਉਂ, ਕੱਟ ਲੈਂਦਾ, ਬੋਲਦਾ ਨਾ ਜਿਵੇਂ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ। ਇਸੇ ਤਰ੍ਹਾਂ ਰਾਜੇ ਨੇ ਕਹਿ ਦਿੱਤਾ ਵੀ ਮੇਰੇ ਹੁੰਦਿਆਂ ਕੇਵਲ ਮੇਰੀ ਭਗਤੀ, ਮੇਰਾ ਨਾਮ, ਮੇਰੇ ਰਾਜ ਭਾਗ ਦੀ ਗੱਲ ਹੋਵੇ, ਰੱਬ ਦੀ ਗੱਲ ਨਾ ਕੋਈ ਕਰੇ। ਸੰਡਾ ਵਰਕਾ ਭਗਤ ਪ੍ਰਹਿਲਾਦ ਨੂੰ ਆਪਣੇ ਘਰ ਲੈ ਆਏ, ਪਰ ਕਹਿੰਦੇ ਕੁਝ ਨਹੀਂ, ਕਿਉਂਕਿ ਰਾਜਪੁੱਤਰ ਨੇ, ਰਾਜੇ ਦਾ ਲਾਡਲਾ ਤੇ ਸਾਊ ਪੁੱਤ ਹੈ। ਸੁਣ ਕਰ ਤਬ ਲੈ ਕੇ ਘਰ ਆਏ, ਥਾਣ ਇਕੰਤ ਵਿਖੇ ਬਿਠਾਏ। ਭਗਤ ਪ੍ਰਹਿਲਾਦ ਕਹਿੰਦੇ ਬਸ ਉਹਨਾਂ ਦਿਨਾਂ ਦੀ ਸ਼ੁਰੂਆਤ ਹੋ ਗਈ ਜੋ ਮੈਂ ਕਦੇ ਸੋਚੀ ਨਹੀਂ ਸੀ। ਘਰ ਲੈ ਕੇ ਆਏ, ਮੇਰਾ ਮਾਣ ਸਨਮਾਨ ਬੜਾ ਕੀਤਾ, ਪਰ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। 5 ਸਾਲ ਦੇ ਬੱਚੇ, ਕਿੱਦਾਂ ਦਾ ਬਿਹੇਵੀਅਰ ਹੈ, ਰਾਖਸ਼। ਮੈਨੂੰ ਪੜਾਉਂਦੇ ਆ, ਪੜਾਉਣ ਤੋਂ ਬਾਅਦ ਫਿਰ ਉਸੇ ਕਮਰੇ 'ਚ ਤਾੜ ਦਿੱਤਾ ਜਾਂਦਾ ਹੈ, ਜਿਵੇਂ ਸੂਰਾਂ ਨੂੰ ਖੁੱਡੇ 'ਚ ਬੰਦ ਕੀਤਾ ਜਾਂਦਾ ਹੈ, ਮੁਰਗਿਆਂ ਨੂੰ, ਪੰਛੀਆਂ ਨੂੰ ਬੰਦ ਕੀਤਾ ਜਾਂਦਾ ਹੈ। ਕਹਿੰਦੇ ਪੜ੍ਹਾ ਲਿਖਾ ਕੇ ਮੈਨੂੰ ਅੰਦਰ ਭੇਜ ਦੇਣਾ, ਫਿਰ ਵੀ ਬਾਹਰ ਨਾ ਕਿਸੇ ਨੂੰ ਮਿਲੇ। ਪਹਿਰੇ ਲਾ ਦਿੱਤੇ, ਇਹਨੂੰ ਕੋਈ ਸਾਧ ਨਾ ਮਿਲੇ, ਕੋਈ ਸੰਤ ਨਾ ਮਿਲੇ, ਕੋਈ ਫਕੀਰ ਦੇਵੀ ਦੇਵਤਾ ਮਿਲੇ ਨਾ। ਪੂਜਣ ਲੱਗੇ ਤਵੈ ਰੀਤੇ, ਕਿਨ ਸਿਖਲਾਏ ਮਤ ਵਿਪਰੀਤੇ। ਜਦੋਂ ਮੇਰੀ ਜਮਾਤ ਲੱਗੇ, ਮੈਨੂੰ ਪੜਾਉਣ ਵਾਸਤੇ ਮੇਰੇ ਟੀਚਰ ਉਸਤਾਦ ਬੈਠਣ, ਉਹ ਪੜਾਉਂਦੇ ਘੱਟ, ਟੌਰਚਰ ਜ਼ਿਆਦਾ ਕਰਦੇ ਆ। ਇੱਕੋ ਹੀ ਗੱਲ ਪੁੱਛਦੇ, ਇਹ ਦੱਸ ਉਸ ਬੰਦੇ ਦਾ ਨਾਮ ਜਿਹਨੇ ਤੈਨੂੰ ਇਹ ਗਿਆਨ ਦੱਸਿਆ। ਭਗਤ ਪ੍ਰਹਿਲਾਦ ਕਹਿੰਦੇ ਮੈਂ ਬਾਰ-ਬਾਰ ਕਿਹਾ, ਮੈਨੂੰ ਕਿਸੇ ਨੇ ਨਹੀਂ ਦੱਸਿਆ, ਪਰ ਸੰਡਾ ਮਰਕਾ ਪੜਾਉਂਦੇ ਘੱਟ ਨੇ,
ਇਹ ਪੁੱਛਣਾ ਚਾਹੁੰਦੇ ਆ ਵੀ ਸਾਡਾ ਨਾਮ ਲੱਗਿਆ ਵੀ ਤੇਰਾ ਪਿਤਾ ਕਹਿੰਦਾ ਏ ਵੀ ਅਸੀਂ ਤੈਨੂੰ ਵਿਗਾੜ ਦਿੱਤਾ। ਜਾਂ ਪੁੱਠੀ ਮੱਤ ਕਿਹਦੇ ਕੋਲੋਂ ਸਿੱਖੀ ਆ ਵੀ ਨਾਮ ਜਪਣਾ, ਰਾਮ ਰਾਮ ਕਰਨਾ, ਤੈਨੂੰ ਕੌਣ ਸਿਖਾ ਗਿਆ? ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਰੋਜ਼ ਝਿੜਕਦੇ ਸੀ। ਫਿਰ ਉਹਨਾਂ ਨੇ ਆਪਣੀ ਪਾਠਸ਼ਾਲਾ ਦਾ ਪਾਠ ਪੜਾਉਣਾ, ਰਾਜਨੀਤੀ ਪੜਾਉਣੀ, ਰਾਜ ਵਿਦਿਆ ਪੜਾਉਣੀ, ਰਾਖਸ਼ਾਂ ਦੀ ਬਿਰਤੀ ਦੀ ਗੱਲ ਕਰਨੀ, ਕਿਉਂਕਿ ਦੈਂਤਾਂ ਦਾ ਗੁਰੂ ਸੀ ਸ਼ੁਕਰ, ਤੇ ਇਹ ਸ਼ੁਕਰ ਦੇ ਪੁੱਤ ਨੇ ਹੈਗੇ ਸੰਡਾ ਵਰਗਾ, ਉਹਦੇ ਮੁੰਡੇ ਆ। ਤੇ ਸਾਰੇ ਦੈਂਤ ਜਿੰਨੇ ਵੀ ਹੋਏ ਇਹਨਾਂ ਕੋਲ ਹੀ ਪੜ੍ਹਦੇ ਰਹੇ ਆ, ਭਾਵੇਂ ਸੁੰਭ ਸੁੰਭ ਕੋਈ ਵੀ ਹੈ, ਜਿੰਨੇ ਰਾਖਸ਼ ਹੋਏ ਆ ਨਾ, ਸਭ ਦੇ ਟੀਚਰ ਇਹੋ ਸੀ। ਉਹ ਬਾਰ-ਬਾਰ ਮੈਨੂੰ ਝਿੜਕਦੇ ਆ, ਮੈਥੋਂ ਪੁੱਛਦੇ ਰਹਿੰਦੇ ਆ ਤੈਨੂੰ ਇਹ ਅਕਲ ਕਿਹਨੇ ਦਿੱਤੀ ਹੈ? ਇਹ ਪੁੱਠੀਆਂ ਗੱਲਾਂ ਤੂੰ ਕਿੱਥੋਂ ਸਿੱਖ ਕੇ ਆਇਆ? ਰੱਬ ਰੱਬ ਕਰਨਾ, ਜੰਗਲਾਂ 'ਚ ਬਹਿਣਾ, ਭਗਤੀ ਕਰਨੀ। ਭਗਤ ਪ੍ਰਹਿਲਾਦ ਕਹਿੰਦੇ ਮੇਰਾ ਇੱਕੋ ਜਵਾਬ ਹੁੰਦਾ ਸੀ, ਚੁੱਪ। ਮੈਨੂੰ ਪਾਠ ਪੜ੍ਹਨ ਵਾਸਤੇ ਦੇਣਾ ਤੇ ਮੈਂ ਪੜ੍ਹਦਾ ਹੀ। ਹੁਣ ਉਹ ਸੰਡਾ ਵਰਗਾ ਮੇਰੇ ਤੇ ਕਹਿੰਦੇ ਕਹਿਰ ਢਾਉਣ ਲੱਗੇ, ਝਿੜਕਦੇ ਨੇ, ਭੁੱਖਾ ਪਿਆਸਾ ਰੱਖਦੇ ਨੇ। ਨੂਰ ਦੇਤੇ ਕਮਤ ਉਠਾਈ, ਬੋਹਰ ਨਾ ਸਬਿਦ ਕਹੋ ਬਣਾਈ। ਕਦੇ ਕਦੇ ਪਿਆਰ ਨਾਲ ਸਮਝਾਉਣਾ, ਬੱਚੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ, ਕੋਈ ਰੱਬ ਨਹੀਂ ਹੁੰਦਾ, ਤੇਰਾ ਪਿਤਾ ਹੀ ਤੇ ਰੱਬ ਹੈ। ਜਿਹਨੇ ਐਡਾ ਵੱਡਾ ਤਪ ਕਰਕੇ ਬ੍ਰਹਮਾ ਦੇ ਕੋਲੋਂ ਐਡਾ ਵੱਡਾ ਇਹ ਦਾਨ ਲੈ ਲਿਆ, ਐਡਾ ਗਿਆਨ ਲੈ ਲਿਆ, ਕਹਿ ਦਿੱਤਾ ਮੈਨੂੰ ਕੋਈ ਮਾਰੇ ਨਾ, ਜੋ ਨਹੀਂ ਮਰਦਾ ਉਹੀ ਤੇ ਰੱਬ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਇਹੀ ਸਮਝਾਇਆ ਜਾਵੇ ਵੀ ਜੋ ਮਰਦਾ ਨਹੀਂ ਹੁੰਦਾ ਉਹਨੂੰ ਰੱਬ ਕਹਿੰਦੇ ਆ। ਰੱਬ ਤੇ ਤੇਰਾ ਪਿਤਾ ਹੈ, ਤੂੰ ਤੇ ਪੁੱਤ ਹੈ ਰੱਬ ਦਾ। ਮੈਂ ਸਿਰ ਮਾਰਿਆ ਕਰਨਾ, ਨਹੀਂ ਮੇਰਾ ਪਿਤਾ ਰੱਬ ਨਹੀਂ, ਰੱਬ ਮੇਰਾ ਪਿਤਾ ਹੈ। ਆਖੋ ਸਤਿਨਾਮ। ਪਿਤਾ ਰੱਬ ਨਹੀਂ ਹੈ, ਰੱਬ ਜੀ ਮੇਰੇ ਪਿਤਾ ਨੇ। ਸੰਡੇ ਮਰ ਕੇ ਨੇ ਕਹਿੰਦੇ ਫਿਰ ਮੈਨੂੰ ਸਮਝਾਉਣਾ, ਬੱਚਿਆ ਛੱਡ ਦੇ ਗੱਲਾਂ, ਜਿਵੇਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਟੌਰਚਰ ਕਰਦੇ ਸੀ ਨਾ, ਵੀ ਤੁਹਾਡਾ ਧਰਮ ਧਰਮ ਨਹੀਂ, ਸਾਡਾ ਧਰਮ ਧਰਮ ਹੈ, ਇਹਦੇ ਚੱਲ। 5 ਸਾਲ ਦੀ ਉਮਰ ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਇੱਕੋ ਪੱਟੀ ਪੜ੍ਹਾਈ ਜਾਇਆ ਕਰੇ, ਜਲੇ ਹਰਨਾਕਸ਼ ਥਲੇ ਹਰਨਾਕਸ਼। ਮੈਂ ਨਹੀਂ ਬੋਲਿਆ, ਭਾਵੇਂ ਪਿਤਾ ਹੈ, ਕਿਉਂਕਿ ਹਰ ਬੱਚੇ ਨੂੰ ਆਪਣੇ ਪਿਤਾ ਨਾਲ ਮੋਹ ਹੁੰਦਾ ਹੈ। ਪਿਤਾ ਉਹ ਤੋਂ ਜੋ ਮਰਜ਼ੀ ਬੁਲਵਾ ਲਿਓ, ਉਹਨੇ ਉਹੀ ਬੋਲੀ ਜਾਣਾ। ਪਰ ਭਗਤ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀਓ ਮੈਨੂੰ ਮੋਹ ਨਹੀਂ ਸੀ, ਮੈਨੂੰ ਕੇਵਲ ਪਿਆਰ ਸੀ। ਆ ਮੇਰਾ ਪਿਤਾ ਆ, ਮੇਰੀ ਮਾਂ ਹੈ। ਮੈਂ ਜਾਣਦਾ ਸੀ ਦੁਨੀਆ ਤੇ ਕੱਲਾ ਆਇਆ ਤੇ ਕੱਲੇ ਨੇ ਜਾਣਾ ਹੈ। ਮੇਰੇ ਸਵਾਸ ਮੈਂ ਲੈਣੇ ਆ, ਮੇਰੇ ਸਾਹ ਮੇਰਾ ਪਰਿਵਾਰ ਨਹੀਂ ਲੈ ਸਕਦਾ। ਮੇਰੇ ਕਰਮ ਮੈਂ ਖਾਣੇ ਆ, ਮੈਂ ਭੁਗਤਣੇ ਆ, ਨਾ ਮੇਰਾ ਪਰਿਵਾਰ ਖਾ ਸਕਦਾ, ਨਾ ਕੋਈ ਦੇ ਸਕਦਾ, ਨਾ ਕੋਈ ਹੋ ਸਕਦਾ। ਕਹਿੰਦੇ ਮੇਰਾ ਇਹ ਗਿਆਨ, ਮੇਰੀ ਇਹ ਸਮਝ ਦੁਸ਼ਮਣ ਬਣ ਗਈ ਮੇਰੇ ਲਈ। ਮੈਨੂੰ ਭੁੱਖਾ ਰੱਖਣਾ ਸ਼ੁਰੂ ਕਰ ਦਿੱਤਾ, ਰਾਤਾਂ ਨੂੰ ਸੌਣ ਨਹੀਂ ਦਿੰਦੇ। ਸੁਣ ਕਰ ਮੈਂ ਹਸ ਬਚਨ ਬਖਾਨਾ, ਤੁਮ ਕੋ ਭਾਸ ਤੇ ਆਪਨ ਬੇਗਾਨਾ। ਜਦੋਂ ਮੈਨੂੰ ਉਹਨਾਂ ਨੇ ਝਿੜਕਣਾ, ਮੈਂ ਆਪਣੇ ਮੁਖ ਤੇ ਹਾਸਾ ਰੱਖਣਾ, ਕਦੇ ਨਹੀਂ ਰੋਇਆ। ਲੱਖ ਮੈਨੂੰ ਝਿੜਕਦੇ ਰਹਿੰਦੇ ਸੀ, ਵੱਧ ਘੱਟ ਬੋਲਦੇ ਸੀ, ਮੈਂ ਹੱਸ ਕੇ ਕਹਿਣਾ, ਮੁਸਕਰਾ ਕੇ, ਵੀ ਗੁਰੂ ਜੀ ਮੇਰੇ ਅੰਦਰ ਕੋਈ ਵੈਰ ਨਹੀਂ, ਵਿਰੋਧ ਨਹੀਂ, ਕਿਉਂਕਿ ਜੋ ਤੁਸੀਂ ਮੈਨੂੰ ਪੜ੍ਹਾ ਰਹੇ ਹੋ ਇਹ ਵੈਰ ਵਿਰੋਧ ਹੈ। ਵੀ ਮੇਰਾ ਪਿਤਾ ਰੱਬ ਆ ਤੇ ਰੱਬ ਨਾਮ ਦੀ ਚੀਜ਼ ਕੋਈ, ਇਹ ਵੈਰ ਹੈ। ਵੀ ਰਾਖਸ਼ ਚੰਗੇ, ਦੇਵਤੇ ਮਾੜੇ, ਕਦੇ ਵੀ ਆਪਣੇ ਬੱਚਿਆਂ ਨੂੰ ਇਹ ਨਹੀਂ ਸਿਖਾਉਣਾ ਚਾਹੀਦਾ ਸਾਡੀ ਜਾਤ ਵੱਡੀ ਹੈ, ਅਸੀਂ ਅਮੀਰ ਆ, ਫਲਾਣਾ ਗਰੀਬ ਹੈ। ਜਦੋਂ ਇਹ ਜ਼ਹਿਰ ਭਰਿਆ ਜਾਂਦਾ ਨਾ, ਉਹ ਨਿਕਲ ਜਾਂਦਾ, ਕੁਲਾਂ ਖਤਮ ਹੋ ਜਾਂਦੀਆਂ ਨੇ, ਇਹ ਜ਼ਹਿਰ ਨਹੀਂ ਅੰਦਰੋਂ ਜਾਂਦਾ। ਪਿਤਾ ਕੀ ਸਿਖਾਉਣ ਲੱਗਾ ਹੋਇਆ? ਅਸੀਂ ਰਾਖਸ਼ ਹੁੰਦੇ ਹਾਂ, ਅਸੀਂ ਦੈਨ, ਸਾਡਾ ਸਵਰਗਾਂ ਤੇ ਰਾਜ ਹੈ, ਦੇਵਤੇ ਸਾਡਾ ਪਾਣੀ ਭਰਦੇ ਆ। ਭਗਤ ਪ੍ਰਹਿਲਾਦ ਕਹਿੰਦੇ ਮੈਂ ਇਹ ਗੱਲਾਂ ਸੁਣਦਾ ਹੀ ਨਹੀਂ ਸੀ, ਕਿਉਂਕਿ ਇਹ ਦਵੈਤ ਪੈਦਾ ਕਰ ਗਿਆ ਸੀ। ਦਵੈਤ ਈਰਖਾ ਤੁਹਾਡੇ ਅੰਦਰ ਆ ਜੂਗੀ, ਕਿਸੇ ਦਾ ਕੁਝ ਨਹੀਂ ਜਾਣਾ, ਤੁਸੀਂ ਆਪ ਹੀ ਸੜੀ ਜਾਣਾ, ਆਪਣੇ ਆਪ ਹੀ 100 ਰੋਗ ਲੱਗ ਜਾਣਾ, ਕਿਸੇ ਦਾ ਕੀ ਗਿਆ। ਲੋਕੀ ਵਧੀ ਜਾਣਗੇ, ਤੁਸੀਂ ਸੜੀ ਚੱਲੋ, ਲੋਕਾਂ ਦੀ ਸਿਹਤ ਬਣਦੀ, ਤੁਹਾਡੀ ਘਟੀ ਜਾਣੀ ਹੈ। ਮੈਨੂੰ ਈਰਖਾ ਸਿਖਾਈ ਜਾਵੇ ਵੀ ਦੈਂਤ ਮਹਾਨ ਨੇ, ਦੈਂਤ ਵੱਡੇ ਨੇ, ਦੇਵਤਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ, ਵੀ ਇਸ ਕਰਕੇ ਤੂੰ ਕਦੇ ਵਿਸ਼ਨੂੰ ਦਾ ਨਾਮ ਨਹੀਂ ਲੈਣਾ, ਰਾਮ ਦਾ ਨਾਮ ਨਹੀਂ ਲੈਣਾ, ਸ਼ਿਵ ਦਾ ਨਾਮ ਨਹੀਂ ਲੈਣਾ, ਤੂੰ ਸਿਰਫ ਆਪਣੇ ਪਿਤਾ ਦਾ ਨਾਮ ਲੈਣਾ, ਕਿਉਂਕਿ ਅੱਜ ਦੇ ਸਮੇਂ ਵਿੱਚ ਤੇਰਾ ਪਿਤਾ ਹੀ ਤਿੰਨੇ ਲੋਕਾਂ ਦਾ ਰਾਜਾ ਹੈ।
ਮੈਂ ਆਪਣੇ ਗੁਰੂ ਨੂੰ ਹੱਸ ਕੇ ਕਿਹਾ, ਗੁਰੂਦੇਵ ਮੇਰੇ ਅੰਦਰ ਵੈਰ ਨਹੀਂ ਹੈ, ਵਿਰੋਧ ਨਹੀਂ ਹੈ। ਇਹ ਗੱਲ ਸੱਚ ਹੈ। 5-6 ਸਾਲ ਦੀ ਉਮਰ ਤੱਕ ਬੱਚੇ 'ਚ ਕੋਈ ਵੈਰ ਵਿਰੋਧ ਨਹੀਂ ਹੁੰਦਾ। ਮਾਪੇ ਭਰਦੇ ਆ, ਪੁੱਤ ਇਹ ਬੰਦੇ ਨੂੰ ਨਾ ਬੁਲਾਇਆ ਕਰ, ਇਹਦੇ ਕੋਲ ਬੈਠਿਆ ਨਾ ਕਰ, ਇਹਦੇ ਕੋਲ ਜਾਇਆ ਨਾ ਕਰ। ਉਹ ਬੱਚਾ ਹੌਲੀ ਹੌਲੀ ਸਟ੍ਰੈਸ 'ਚ ਰਹਿਣ ਲੱਗ ਜਾਂਦਾ ਹੈ। ਉਮਰ ਭਾਵੇਂ 5-6 ਸਾਲ ਹੈ, ਉਹਦੇ ਦਿਮਾਗ ਤੇ ਲੋਡ ਪੈਂਦਾ ਵੀ ਮੇਰੇ ਮਾਂ-ਬਾਪ ਮੈਨੂੰ ਰੋਕਦੇ ਆ, ਇਹੋ ਜਿਹਾ ਕੀ ਹੈ। ਉਹ ਜਾਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਮਰ ਛੋਟੀ ਹੋਣ ਕਰਕੇ ਸਮਝ ਨਹੀਂ ਆਉਂਦੀ। ਮੁੜ ਕੇ ਉਹਦਾ ਪੜ੍ਹਾਈ 'ਚ ਚਿੱਤ ਨਹੀਂ ਲੱਗਦਾ, ਉਹ ਤਰੱਕੀ ਨਹੀਂ ਕਰ ਸਕਦਾ, ਅੱਗੇ ਨਹੀਂ ਵੱਧ ਸਕਦਾ। ਵੈਰ ਵਿਰੋਧ ਉਹਦੇ ਦਿਮਾਗ ਦੇ ਵਿੱਚ ਇੱਕ ਉਪਜ ਬਣ ਜਾਂਦੀ ਹੈ। ਭਗਤ ਪ੍ਰਹਿਲਾਦ ਕਹਿੰਦੇ ਮੇਰੇ ਪਿਤਾ ਨੇ ਕੋਸ਼ਿਸ਼ ਕਰਵਾਈ ਵੀ ਮੈਂ ਸਿਰਫ ਦੈਂਤਾਂ ਬਾਰੇ ਪੜ੍ਹਾਂ, ਰਾਖਸ਼ਾਂ ਬਾਰੇ ਜਾਣਾ, ਦੇਵਤਿਆਂ ਬਾਰੇ ਮੈਂ ਕੁਝ ਸੁਣਾ ਵੀ ਨਾ। ਮੇਰੇ ਬਚਨ ਸੁਣ ਕੇ ਮੈਨੂੰ ਮੇਰੇ ਗੁਰੂ ਨੇ ਝਿੜਕਿਆ, ਜੋ ਵਿਦਿਆ ਗੁਰੂ ਸੀ। ਕਹਿੰਦੇ ਪੁੱਤਰ ਕਿਹੜੀਆਂ ਗੱਲਾਂ ਵੈਰ ਵਿਰੋਧ ਦੀਆਂ ਕਰਦਾ ਹੈ? ਦੁਸ਼ਮਣ ਦੁਸ਼ਮਣ ਹੁੰਦਾ ਏ, ਕਦੇ ਮਿੱਤ ਨਹੀਂ ਬਣਦਾ। ਮੋਕੋ ਪਰ ਪੁਨਿ ਅਪਰ ਨ ਕਾਹੇ, ਪੂਰਨ ਏਕ ਆਤਮਾ ਆਹੇ। ਦੇਵਤੇ ਮਾੜੇ ਨੇ, ਰਾਖਸ਼ ਚੰਗੇ ਨੇ। ਮੈਂ ਉਹਨਾਂ ਨੂੰ ਫੇਰ ਆਖਿਆ ਵੀ ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਆਪਣੇ ਗੁਣ ਔਗਣ ਹੀ ਬੰਦੇ ਨੂੰ ਚੰਗਾ ਮਾੜਾ ਦਿਖਾਉਂਦੇ ਆ। ਤੁਸੀਂ ਆਪਣੀ ਸੋਚ ਮਾੜੀ ਬਣਾ ਲਓ, ਤੁਹਾਨੂੰ ਸਾਰੀ ਦੁਨੀਆ 'ਚ ਇੱਕ ਵੀ ਬੰਦਾ ਚੰਗਾ ਨਹੀਂ ਲੱਗਣਾ। ਤੁਸੀਂ ਆਪਣੀ ਸੋਚ ਚੰਗੀ ਬਣਾ ਲਓ, ਸੱਚੀ ਤੁਹਾਨੂੰ ਮਾੜਾ ਦਿਸਣਾ ਹੀ ਕੋਈ ਨਹੀਂ। ਜਦ ਕਿਸੇ ਦੇ ਔਗਣ ਵੇਖੋਗੇ ਲੱਗਦਾ ਮੇਰੇ 'ਚ ਕਿਹੜਾ ਘੱਟ ਨੇ। ਲੱਗਦਾ ਕੋਈ ਕਿਸੇ ਨੂੰ ਗਾਲ ਕੱਢਦਾ, ਬੰਦਾ ਆਪਣੇ ਅੰਦਰ ਸੋਚਦਾ ਮੈਂ ਕਿੰਨਾ ਕੁ ਮਿੱਠਾ ਬੋਲਦਾ, ਮੈਂ ਕੀ ਕਰਦਾ। ਮੈਂ ਕਿਹਾ ਜੀ ਸਭ 'ਚ ਰੱਬ ਹੈ, ਇੱਕ ਪਰਮਾਤਮਾ ਹੈ। ਉਹ ਕਹਿੰਦੇ ਨਹੀਂ, ਰੱਬ ਕਿਸੇ ਵਿੱਚ ਨਹੀਂ, ਪਰਮਾਤਮਾ ਕਿਸੇ ਵਿੱਚ ਨਹੀਂ। ਪਰਮਾਤਮਾ ਕੇਵਲ ਦੇਵਤਿਆਂ ਦਾ ਏ, ਰਾਖਸ਼ਾਂ ਦਾ ਰੱਬ ਹਿਰਣਕਸ਼ਪ ਹੈ। ਕਿਉਂਕਿ ਪਿਤਾ ਨੇ ਮੇਰੇ ਉਸਤਾਦਾਂ ਨੂੰ ਕਿਹਾ ਹੋਇਆ ਸੀ ਇਹਨੂੰ ਇਹੀ ਪੱਟੀ ਪੜਾਉਣੀ ਹੈ। ਉਹਨੂੰ ਪਤਾ ਸੀ ਵੀ ਜਦ ਕੋਈ ਹੰਕਾਰ ਕਰਦਾ ਨਾ, ਰੱਬ ਉਹਦੇ ਘਰ 'ਚੋਂ ਹੀ ਚੰਗਿਆੜੀ ਪੈਦਾ ਕਰਦਾ, ਉਹਨੂੰ ਖਤਮ ਕਰਨ ਲਈ, ਭਾਵੇਂ ਉਹ ਕੋਈ ਵੀ ਹੋਏ। ਜਦ ਕਿਸੇ ਦਾ ਇਤਿਹਾਸ ਪੜ੍ਹੀਏ ਸਮਝ ਆਉਂਦੀ ਹੈ ਉਹਦੇ ਪਰਿਵਾਰ ਵਿੱਚ ਹੀ ਵਿਰੋਧਤਾ ਉੱਠਦੀ ਹੈ। ਦੁਨੀਆ ਨੂੰ ਦੱਬਣ ਵਾਲਾ ਆਪਣੇ ਪਰਿਵਾਰ ਨੂੰ ਨਹੀਂ ਦੱਬ ਸਕਦਾ, ਉਹ ਰਗੜ ਦਿੰਦੇ। ਇਸੇ ਕਰਕੇ ਹਿਰਣਕਸ਼ਪ ਕੋਸ਼ਿਸ਼ ਕਰਦਾ ਸੀ ਵੀ ਕਿਤੇ ਕੋਈ ਦੇਵੀ ਦੇਵਤਾ, ਕੋਈ ਸਾਧ ਫਕੀਰ ਬਣ ਕੇ ਮੇਰੇ ਮੁੰਡੇ ਨੂੰ ਪੱਟੀ ਤਾਂ ਨਹੀਂ ਪੜਾਉਂਦੇ ਵੀ ਰੱਬ ਰੱਬ ਕਰਿਆ। ਉਹਨੇ ਤਾਂ ਕਹਿ ਦਿੱਤਾ ਵੀ ਰਾਜ ਮਹਿਲਾਂ ਦੇ ਨਾਲੋਂ ਸੰਡਾ ਮਰਕਾ ਜੀ ਆਪਣੇ ਘਰ ਲੈ ਕੇ ਜਾਓ, ਕਿਉਂਕਿ ਉਹ ਰਾਖਸ਼ ਬਿਰਤੀ ਵਾਲੇ ਆ, ਬਾਕੀ ਬੱਚਿਆਂ ਨੂੰ ਪੜਾਉਂਦੇ ਆ। ਭਗਤ ਪ੍ਰਹਿਲਾਦ ਕਹਿੰਦੇ ਮੇਰਾ ਉੱਥੇ ਦਮ ਘੁੱਟਦਾ ਸੀ, ਕਿਉਂਕਿ ਮੇਰੇ ਲਈ ਉਹ ਮਾਹੌਲ ਨਹੀਂ ਸੀ, ਈਰਖਾ ਦਾ ਭਰਿਆ ਮਾਹੌਲ, ਬੱਚਿਆਂ ਦਾ ਹਾਸਾ, ਬੱਚਿਆਂ ਦਾ ਰੋਣਾ। ਇੱਕ ਹਿਸਾਬ ਦਾ ਸੀ ਦੇਵਤਿਆਂ ਦੇ ਵਿਰੁੱਧ ਪਾਠਸ਼ਾਲਾ 'ਚ ਪੜ੍ਹਾਇਆ ਜਾਣਾ। ਕਹਿੰਦੇ ਮੈਂ ਨਾ ਦੇਵਤਿਆਂ ਦੇ ਹੱਕ 'ਚ ਸੀ ਤੇ ਨਾ ਮੈਂ ਕਿਸੇ ਦੇ ਵਿਰੋਧ ਵਿੱਚ ਸੀ। 5 ਸਾਲ ਦੀ ਉਮਰ 'ਚ ਕੀ ਹੁੰਦਾ ਵੈਰ ਵਿਰੋਧ, ਇਹਦੇ ਕੁਝ ਵੀ ਨਹੀਂ ਨਾ। ਤੇ ਜਦੋਂ ਬੱਚਿਆਂ ਦੇ ਅੱਜ ਜਿਸਮ 'ਚ, ਸਰੀਰ ਵਿੱਚ, ਮਨ ਵਿੱਚ ਭਰਿਆ ਜਾਂਦਾ ਹੈ ਅਸੀਂ ਕ੍ਰਿਸਚਨ ਆ, ਅਸੀਂ ਹਿੰਦੂ ਆ, ਅਸੀਂ ਸਿੱਖ ਆ, ਬਾਰ-ਬਾਰ ਕੱਟੜਤਾ ਉਹਨਾਂ ਦੇ ਦਿਮਾਗ 'ਚ ਭਰੀ ਜਾਂਦੀ ਹੈ। ਸਿਰਫ ਉਹ ਕੱਟੜਤਾ ਦੇ ਨਾਲ ਇੰਨੇ ਜ਼ਹਿਰੀਲੇ ਹੋ ਜਾਂਦੇ ਉਹ ਸਾਰੀ ਜ਼ਿੰਦਗੀ ਇੱਕ ਚੰਗਾ ਇਨਸਾਨ ਨਹੀਂ ਬਣ ਸਕਦੇ। ਕੇਵਲ ਕੱਟੜਤਾ ਨਹੀਂ ਹੋਣੀ ਚਾਹੀਦੀ, ਸੁਚਮਤਾ ਹੋਣੀ ਚਾਹੀਦੀ ਹੈ, ਪ੍ਰੇਮ ਹੋਣਾ ਚਾਹੀਦਾ ਹੈ, ਧਰਮ ਦੀ ਚੰਗੀ ਸਿੱਖਿਆ ਹੋਣੀ ਚਾਹੀਦੀ ਹੈ। ਧਰਮ ਕੀ ਸਿਖਾਉਂਦਾ ਏ, ਧਰਮ ਕੀ ਕਹਿੰਦਾ ਏ। ਕਹਿੰਦੇ ਇਹ ਕੁਝ ਉਹਨਾਂ ਨੇ ਨਹੀਂ ਦਿਖਾਇਆ, ਉਹ ਕੇਵਲ ਕੱਟੜਤਾ ਰੱਖਦੇ ਸੀ ਵੀ ਇਸ ਹਿਰਣਕਸ਼ਪ ਦਾ ਵੈਰ ਰਾਜੇ ਇੰਦਰ ਨਾਲ ਹੈ, ਵਿਸ਼ਨੂੰ ਨਾਲ ਹੈ, ਹੁਣ ਬ੍ਰਹਮੇ ਨਾਲ ਵੀ ਹੈ। ਭਗਤ ਜੀ ਕਹਿੰਦੇ ਮੈਥੋਂ ਨਹੀਂ ਸੀ ਪੜਿਆ ਜਾਂਦਾ। ਜਦ ਉਹਨਾਂ ਨੇ ਮੈਨੂੰ ਪੱਟੀ ਤੇ ਲਿਖ ਕੇ ਦੇਣਾ, ਫੱਟੀ ਤੇ, ਮੈਂ ਉਹਦੇ ਤੇ ਰਾਮ ਰਾਮ ਲਿਖ ਦੇਣਾ। ਸਦਾ ਪ੍ਰਣਾਮ ਕਰੂੰ ਮੈਂ ਤਸੋ, ਜੇ ਕੀ ਮਾਇਆ ਕੀਰ ਬਿਲਾਸੋ। ਮੈਨੂੰ ਇੱਥੋਂ ਤੱਕ ਪੜਾਇਆ ਜਾਂਦਾ ਸੀ। ਕਹਿੰਦੇ ਰੱਬ ਨੂੰ ਨਹੀਂ ਮੰਨਣਾ, ਕਿਸੇ ਰੱਬ ਦੀ ਪੂਜਾ ਨਹੀਂ ਕਰਨੀ। ਕਹਿੰਦੇ ਮੈਂ ਆਖਣਾ ਸਦਾ ਹੀ ਪ੍ਰਣਾਮ ਉਸ ਪਰਮਾਤਮਾ ਨੂੰ ਹੈ ਜੋ ਦੇਵਤਿਆਂ ਵਿੱਚ ਵੀ ਵਸਦਾ ਹੈ, ਰਾਖਸ਼ਾਂ ਵਿੱਚ ਵੀ ਵਸਦਾ ਹੈ। ਕਹਿੰਦੇ ਦੇਵਤੇ ਸ਼ਬਦ ਨਹੀਂ ਸੀ ਸੁਣ ਸਕਦੇ ਰਾਖਸ਼। ਫਰੋਤੀ ਤੇ ਰਹਿਣਾ ਵੈਰ ਅੰਦਰ, ਤੇ ਦੇਵਤਿਆਂ ਕੋਲ ਵੀ ਤੇ ਇਹੀ ਕੁਝ ਹੈ। ਉਹਨਾਂ ਨੂੰ ਫਿਕਰ ਪਿਆ ਰਹਿੰਦਾ ਹੈ ਕਿਤੇ ਕੋਈ ਰਾਖਸ਼ ਨਾ ਆ ਜੇ ਸਵਰਗਾਂ 'ਚ, ਤੇ ਰਾਖਸ਼ਾਂ ਨੂੰ ਫਿਕਰ ਰਹਿੰਦਾ ਕਿਤੇ ਕੋਈ ਦੇਵਤਾ ਨਾ ਦੇ। ਦੱਸੋ ਇਹ ਜ਼ਿੰਦਗੀ ਹੈ? ਇੱਥੇ ਸਾਨੂੰ ਹਰ ਬੰਦੇ ਤੇ ਸ਼ੱਕ ਹੋਵੇ, ਹਰ ਬੰਦੇ ਤੇ ਵਹਿਮ ਹੋਵੇ, ਕਿਸੇ ਦਾ ਕੁਝ ਨਹੀਂ ਜਾਂਦਾ। ਸਾਡੀ ਆਪਣੀ ਜ਼ਿੰਦਗੀ ਨਰਕ ਵਰਗੀ ਬਣ ਜਾਂਦੀ ਹੈ।
ਨਰਕ ਵਰਗੀ। ਪਰ ਜੇ ਅੰਦਰ ਆਨੰਦ ਆ ਜੇ, ਅੰਦਰ ਰਸ ਆ ਜੇ, ਸਾਹਮਣੇ ਚੋਰ ਚੋਰੀ ਕਰਦਾ ਵੀ ਖਿਆਲ ਨਹੀਂ ਆਉਂਦਾ ਵੀ ਚੋਰੀ ਕਰਦਾ ਹੋਣਾ, ਕਿਉਂਕਿ ਬਿਰਤੀ ਉਹ ਨਹੀਂ ਹੈ ਉਹ ਜੀ। ਬਿਰਤੀ ਤੇ ਰੱਬ ਨਾਲ ਜੁੜੀ ਹੈ। ਭਗਤ ਜੀ ਕਹਿੰਦੇ ਮੈਂ ਸਿਮਰਨ ਕਰਦਾ ਰਿਹਾ, ਬੰਦਗੀ ਕਰਦਾ ਰਿਹਾ, ਮੈਨੂੰ ਅੰਦਰੋਂ ਆਨੰਦ ਮਿਲਦਾ ਰਿਹਾ। ਉਹ ਮੈਨੂੰ ਸਾੜਨ ਦੀ ਕੋਸ਼ਿਸ਼ ਕਰਦੇ ਸੀ ਵੀ ਮੇਰਾ ਮਨ ਸੜੇ। ਜਦ ਜਦ ਮੈਂ ਰਾਮ ਰਾਮ ਕਹਿਣਾ, ਉਹ ਨਾ ਮੈਨੂੰ ਝਿੜਕਣਾ। ਮੋਹੇ ਸਰਬ ਚਰਚਰ ਜਾਹੀ, ਆਪਨ ਬੇਗਾਨ ਲਖਾਵਾ ਤਾਹੀ। ਮੈਨੂੰ ਉਹਨਾਂ ਨੇ ਆਪਣੇ ਬਗਾਨੇ ਦੀ ਪਛਾਣ ਕਰਾਉਣੀ। ਹਰ ਮਾਂ ਬਾਪ ਕਰੋ, ਪੁੱਤ ਇਹ ਆਪਣਾ ਏ, ਇਹ ਬੇਗਾਨਾ ਏ, ਇਹ ਚੰਗਾ ਏ, ਇਹ ਮਾੜਾ ਏ। ਕਹਿੰਦੇ ਉਹ ਪਛਾਣ ਕੀ ਸੀ? ਜਦ ਵੀ ਉਹਨਾਂ ਨੇ ਬੋਲਣਾ ਦੇਵਤਿਆਂ ਦੇ ਵਿਰੁੱਧ ਬੋਲਣਾ, ਧਰਮੀ ਲੋਕਾਂ ਦੇ ਵਿਰੁੱਧ ਬੋਲਣਾ, ਵਿਸ਼ਨੂੰ ਦੀ ਭਗਤੀ ਕਰਨ ਵਾਲਿਆਂ ਵਿਰੁੱਧ ਬੋਲਣਾ, ਤੇ ਚੰਗਾ ਕਹਿਣਾ ਰਾਖਸ਼ਾਂ। ਜੇ ਕਿਸੇ ਰਾਖਸ਼ ਨੇ ਖੂਨ ਵਹਾਇਆ, ਕਿਉਂਕਿ ਉਹ ਆਪਣਾ ਹੈ, ਉਹ ਚੰਗਾ ਹੈ। ਕਹਿੰਦੇ ਮੈਨੂੰ ਇਹ ਪਰਿਭਾਸ਼ਾ ਸਮਝ ਨਹੀਂ ਸੀ ਆਉਂਦੀ। ਮੇਰਾ ਮਨ ਕਹਿੰਦਾ ਸੀ ਸਭੈ ਘਟ ਰਾਮ ਬੋਲੇ। ਮੈਂ ਕਹਿਣਾ ਵੀ ਜੋ ਦੁਨੀਆ ਤੇ ਚੱਲਦਾ ਹੈ, ਜੋ ਚਲਾ ਰਿਹਾ ਹੈ, ਸਭ ਇੱਕ ਨਿਰੰਕਾਰ ਕਰਦਾ ਹੈ। ਕਹਿੰਦੇ ਉਹ ਰੱਬ 'ਚ ਵੀ ਖਾਮੀਆਂ ਕੱਢਿਆ ਕਰਨ। ਰਾਖਸ਼ ਕੌਣ ਕਹੇ? ਰਾਖਸ਼ ਬਿਰਤੀ ਦੇ ਬੰਦੇ ਅੱਜ ਨਹੀਂ ਘਰਾਂ 'ਚ ਵੱਸਦੇ ਆ। ਉਹ ਗੁਰੂ ਘਰ ਨੂੰ ਮਾੜਾ ਬੋਲਦੇ ਆ, ਗੁਰੂ ਨੂੰ ਮਾੜਾ ਬੋਲਦੇ ਆ, ਸਿੱਖਾਂ ਨੂੰ ਮਾੜਾ ਬੋਲਦੇ। ਉਹਨਾਂ ਦੀ ਨਜ਼ਰ 'ਚ ਕੋਈ ਵੀ ਸਿੱਖ ਪੂਰਾ ਨਹੀਂ ਤੇ ਨਾ ਕੋਈ ਗੁਰਦੁਆਰਾ ਚੰਗਾ। ਸਤਿਨਾਮ। ਰਾਖਸ਼ ਬਿਰਤੀ ਵਾਲੇ ਬੰਦਿਆਂ ਦੀ ਨਜ਼ਰ 'ਚ ਉਹ ਕਹਿੰਦੇ ਫਲਾਣਾ ਗੁਰਦੁਆਰਾ ਇਹੋ ਜਿਹਾ, ਫਲਾਣਾ ਮੰਦਿਰ ਇਹੋ ਜਿਹਾ, ਫਲਾਣਾ ਚਰਚ ਇਹੋ ਜਿਹਾ, ਵੀ ਬਸ ਤੂੰ ਹੀ ਚੰਗਾ ਭਾਈ। ਕਿਉਂ? ਬਿਰਤੀ ਰਾਖਸ਼ਾਂ ਵਾਲੀ ਹੈ। ਉਹ ਹਿਰਣਕਸ਼ਿਪ ਦੀ ਔਲਾਦ ਹੈ। ਉਹ ਰਹਿਣਾ ਹੀ ਉਹੀ ਕੁਝ ਹੈ। ਮੰਦਿਰ ਜਾ ਆਣ, ਗੁਰਦੁਆਰੇ ਜਾ ਆਣ। ਇੱਕ ਕੀੜੀ ਨੂੰ ਕਿਸੇ ਮਹਿਲ 'ਚ ਛੱਡ ਦਿਓ, ਉਹਨੇ ਕਦੇ ਵੀ ਕਿਸੇ ਮਾਰਬਲ ਪੱਥਰ ਦੀ ਮਹਿਮਾਨੀ ਕਰਨੀ, ਉਹਨੇ ਸੁਰਾਖ ਲੱਭਣਾ ਕਿੱਥੇ ਹੈ, ਮੈਂ ਕਿੱਥੇ ਪ੍ਰਵੇਸ਼। ਤੇ ਰਾਖਸ਼ ਬਿਰਤੀ ਵਾਲਾ ਬੰਦਾ ਧਰਮ ਦੀ ਦੁਨੀਆ ਵਿੱਚ ਆ ਕੇ ਵੀ ਕਦੇ ਸ਼ਾਂਤ ਨਹੀਂ ਹੋ ਸਕਦਾ, ਤੇ ਧਰਮੀ ਬੰਦਾ ਮਾੜਿਆਂ ਵਿੱਚ ਬਹਿ ਕੇ ਵੀ ਕਦੇ ਪਰੇਸ਼ਾਨ ਨਹੀਂ ਹੋ ਸਕਦਾ। ਸਤਿਨਾਮ। ਕਹਿੰਦੇ ਮੈਨੂੰ ਰੋਜ਼ ਝਿੜਕਣਾ, ਭੁੱਖੇ ਪਿਆਸੇ ਰੱਖਣਾ, ਰਾਤ ਨੂੰ ਸੌਣ ਨਾ ਦੇਣਾ, ਤੇ ਮੈਨੂੰ ਲਾਲਚ ਦੇਣਾ ਵੀ ਜੇ ਤੂੰ ਸਾਡੇ ਪਿੱਛੇ ਪੜੇਗਾ ਤੈਨੂੰ ਖਾਣ ਨੂੰ ਦਿੱਤਾ ਜਾਊ। ਅੱਖਾਂ 'ਚੋਂ ਹੰਝੂ ਆ ਗਏ। ਕਹਿੰਦੇ ਬਾਬਾ ਰਾਜ ਪੁੱਤਰ ਹੋ ਕੇ ਵੀ ਮੇਰੀ ਹਾਲਤ ਐਸੀ ਸੀ। ਤਿੰਨੇ ਲੋਕਾਂ ਦਾ ਰਾਜਾ ਹੋਵੇ, ਉਹਦੇ ਪੁੱਤ ਦੀ ਹਾਲਤ ਕੈਸੀ ਹੈ, ਉਹ ਬਿਆਨ ਕਰਦੇ ਆ। ਇਹ ਕੀ ਹੈ? ਉਹ ਦੱਸ ਰਹੇ ਆ। ਕਹਿੰਦੇ ਰਾਜ ਭਾਗ ਜਗ ਦੇ ਪਦਾਰਥ ਮਾਇਆ ਵਿੱਚ ਵੀ ਕੋਈ ਸੁੱਖ ਨਹੀਂ ਹੈ। ਕਹਿੰਦੇ ਜੇ ਸੁੱਖ ਹੁੰਦਾ ਤੇ ਉਹ ਰਾਜੇ ਮੈਨੂੰ ਇਹ ਪੜਾਉਂਦੇ ਵੀ ਵੈਰ ਰੱਖਿਆ ਕਰ, ਵਿਰੋਧ ਰੱਖਿਆ ਕਰ, ਦੁਖੀ ਰਿਹਾ ਕਰ। ਮੈਨੂੰ ਦੁਖੀ ਕਰਨ ਦੇ ਤਰੀਕੇ ਲੱਭਦੇ ਸੀ, ਮੈਂ ਆਪਣੇ ਆਨੰਦ ਵਿੱਚ ਸੁਖੀ ਸੀ। ਭੇਦ ਅਪਰ ਪਰ ਹੈ ਉਹ ਤੋਰੇ, ਭੇਦ ਬੁੱਧ ਕਛ ਨਹੀਂ ਮੋਰੇ। ਲਗਾਤਾਰ 8-10 ਦਿਨ ਮੈਨੂੰ ਪੜਾਉਂਦੇ ਰਹੇ। ਮੈਨੂੰ ਪਾਠ ਪੜਾਉਣਾ, ਮੈਨੂੰ ਯਾਦ ਨਾ ਹੋਣਾ। ਜਦ ਕਹਿੰਦੀ ਉਹਨਾਂ ਨੇ ਮੇਰੇ ਤੋਂ ਸੁਣਨਾ, ਮੈਂ ਰਾਮ ਰਾਮ ਕਹਿਣਾ, ਮੇਰੇ ਹੱਥ ਤੇ ਸੋਟੀਆਂ ਮਾਰਨੀਆਂ। ਭਗਤ ਪ੍ਰਹਿਲਾਦ ਕਹਿੰਦੇ 5 ਸਾਲ ਦੇ ਬੱਚੇ ਤੇ ਕਹਿਰ ਢਾਉਣਾ ਰਾਖਸ਼ਾਂ ਲਈ ਕੋਈ ਵੱਡੀ ਗੱਲ ਥੋੜੀ ਹੈ। ਉਹਨਾਂ ਲਈ ਕੀ ਹੈ? ਉਹਨਾਂ ਲਈ ਕੋਈ ਬੱਚਾ ਨਹੀਂ ਹੈ। ਕਹਿੰਦੇ ਮੈਨੂੰ ਝਿੜਕਣਾ, ਮੈਨੂੰ ਮਾਰਨਾ, ਮੈਂ ਇੱਕੋ ਗੱਲ ਕਹਿਣੀ, ਰਾਮ ਹੈ, ਰਾਮ ਹੈ, ਸਭ ਤੋਂ ਵੱਡਾ ਰਾਮ ਹੈ। ਮੈਂ ਮਾਰ ਕੁੱਟ ਖਾ ਕੇ ਵੀ ਹੱਸਦੇ ਰਹਿਣਾ, ਉਹਨਾਂ ਕਹਿਣਾ ਵੀ ਹੱਸਦਾ ਇਹ ਢੀਠ ਹੈ। ਮੈਨੂੰ ਫੇਰ ਕੁੱਟਣਾ ਤੇ ਫਿਰ ਮੈਨੂੰ ਪਲੋਸ ਕੇ ਕੋਲ ਬਿਠਾ ਕੇ ਪਿਆਰ ਨਾਲ ਕਹਿਣਾ, ਪੁੱਤ ਜੇ ਰੋਟੀ ਖਾਣੀ ਹੈ, ਜੇ ਕੁਝ ਖਾਣਾ ਹੈ ਨਾ, ਸਬਕ ਪੜ੍ਹ ਲਾ। ਅੱਜ ਕੱਲ੍ਹ ਵੀ ਜਦੋਂ ਬੱਚੇ ਨਹੀਂ ਪੜ੍ਹਦੇ, ਉਹ ਕੋਈ ਕਹਿੰਦਾ ਮੈਂ ਚਾਕਲੇਟ ਖਾਣੀ ਹੈ, ਮੈਂ ਟੀਵੀ ਦੇਖਣਾ ਹੈ, ਮਾਪੇ ਸੋਟੀ ਲੈ ਕੇ ਬਹਿ ਜਾਂਦੇ ਕੋਲੇ, ਕਹਿੰਦੇ ਪਹਿਲਾਂ ਕੰਮ ਨਿਬੇੜ ਲਾ ਫਿਰ ਖਾ ਲਈ, ਵੇਖਾਂਗੇ ਫਿਰ। ਕੋਈ ਚੁੱਪ ਕਰਾਉਣ ਵੀ ਆਉਂਦਾ ਨਾ ਰੋਂਦੇ ਨੂੰ, ਅਗਲਾ ਕਹਿੰਦਾ ਵੱਡਾ ਹਮਦਰਦੀ ਭਰਾ ਹੋ ਜਾ, ਪੜ੍ਹ ਲੈਣ ਦੇ ਨੂੰ, ਉਹ ਵੀ ਰਗੜਿਆ ਜਾਂਦਾ ਵਿੱਚ। ਭਗਤ ਪ੍ਰਹਿਲਾਦ ਕਹਿੰਦੇ ਮੇਰੇ ਨਾਲ ਕੋਈ ਹਮਦਰਦੀ ਕਰਦਾ ਹੀ ਨਹੀਂ ਸੀ। ਰਾਖਸ਼ਾਂ ਦੇ ਬੱਚਿਆਂ ਦੇ ਨਾਲ ਮੈਨੂੰ ਕਈ ਵਾਰ ਪੜ੍ਹਾਉਣਾ, ਮੈਂ ਪਿੱਛੇ ਪਿੱਛੇ ਬੋਲਣਾ ਵੀ ਮੇਰੇ ਨਾਲ ਸਾਰੇ ਬੋਲਣਗੇ ਤੇ ਮੈਂ ਉਹਨਾਂ ਨਾਲ। ਕਹਿੰਦੇ ਉਹਨਾਂ ਨੇ ਪਾਠਸ਼ਾਲਾ 'ਚ ਪੜ੍ਹਨਾ, ਜੜੇ ਹਰਨਾਕਸ਼ ਥਲੇ ਹਰਨਾਕਸ਼, ਮੈਂ ਕਹਿਣਾ ਇੱਕ ਰਾਮ ਹੈ, ਉਸੇ ਨੇ ਰਹਿਣਾ, ਸਦਾ ਰਹਿਣਾ। ਕਹਿੰਦੇ ਮੈਨੂੰ ਫੇਰ ਫੜ ਕੇ ਕਮਰੇ 'ਚ ਬੰਦ ਕਰ ਦੇਣਾ। ਕਹਿੰਦੇ ਇਹਦੀ ਮੱਤ ਚੰਗੀ ਨਹੀਂ ਹੈ। ਹੁਣ ਸੰਡਾ ਵਰਗਾ ਵੀ ਮੈਨੂੰ ਪੁੱਛਣ ਲੱਗ ਪਏ, ਤੈਨੂੰ ਅਕਲ ਕੌਣ ਸਿਖਾਉਂਦਾ ਏ? ਕਰਤਾਰ ਕਰ ਜਬ ਕਰਨਾ, ਤਬ ਜਹ ਭੇਦ ਹੋਏ ਔਰ ਹਰਨਾ। ਮੈਂ 100 ਦੀ ਇੱਕ ਸੁਣਾਈ। ਕਹਿੰਦੇ ਜੋ ਮੇਰੇ ਕੋਲ ਹੈ, ਜੋ ਮੈਂ ਸਿੱਖਿਆ ਹੈ, ਅਕਾਲ ਪੁਰਖ ਦੀ ਕਿਰਪਾ ਨਾਲ ਪ੍ਰਾਪਤ ਕੀਤਾ, ਤੁਸੀਂ ਨਹੀਂ ਕਰ ਸਕਦੇ, ਤੁਹਾਡੇ ਭਾਗ ਹੀ ਚੰਗੇ ਨੇ। ਭਗਤ ਪ੍ਰਹਿਲਾਦ ਕਹਿੰਦੇ ਜਦੋਂ ਮੈਂ ਨਾ ਅੰਦਰ ਬੈਠਣਾ ਹਨੇਰੇ 'ਚ,
ਮੈਨੂੰ ਨਾਰਦ ਮੁਨੀ ਨੇ ਆਕੇ ਮਿਲਣਾ। ਅਲੋਪ ਹੋ ਗਏ, ਬਾਹਰ ਪਹਿਰੇ ਲੱਗੇ ਆ, ਮੈਨੂੰ ਹੌਸਲਾ ਦੇ ਕੇ ਜਾਣਾ, ਪਿਆਰ ਦੇ ਕੇ ਜਾਣਾ, ਅਸੀਸਾਂ ਦੇ ਕੇ ਜਾਣੀਆਂ, ਭੋਜਨ ਵੀ ਛਕਾ ਦੇਣਾ। ਕਹਿੰਦੇ ਉਹਨਾਂ ਦੇ ਪ੍ਰਤਾਪ ਕਰਕੇ ਮੈਨੂੰ ਭੁੱਖ ਪਿਆਸ ਨਹੀਂ ਸੀ ਲੱਗਦੀ ਤੇ ਮੈਂ ਕਦੇ ਡੋਲਦਾ ਨਹੀਂ ਸੀ, ਕਿਉਂਕਿ ਰੱਬ ਆਪਣੇ ਪਿਆਰਿਆਂ ਦਾ ਸਦਾ ਹੀ ਖਿਆਲ ਰੱਖਦਾ ਹੈ। ਤੇ ਮੈਨੂੰ ਰੋਜ਼ ਉਹਨਾਂ ਪੱਟੀ ਪੜ੍ਹਾ ਕੇ ਜਾਣੀ, ਪਰਮਾਤਮਾ ਦੇ ਗੁਣ ਦੱਸਣੇ, ਬੰਦਗੀ ਦੇ ਗੁਣ ਦੱਸਣੇ, ਨਿਮਰਤਾ ਦੇ ਗੁਣ ਦੱਸਣੇ, ਸਮਾਜ ਦੀ ਸੇਵਾ ਦੇ ਗੁਣ ਦੱਸਣੇ, ਤੇ ਮੈਨੂੰ ਇਹ ਕਹਿਣਾ ਵੀ ਦੈਂਤਾਂ ਨੂੰ ਵੀ ਕਦੇ ਮਾੜਾ ਨਹੀਂ ਕਹਿਣਾ। ਕਹਿੰਦੀ ਮੈਂ ਸਿੱਖਦਾ ਰਿਹਾ ਨਾਰਦ ਮੁਨੀ ਕੋਲ, ਮੈਂ ਆਪਣੇ ਪਿਤਾ ਰਾਖਸ਼ ਨੂੰ ਕਦੇ ਬੁਰਾ ਨਹੀਂ ਕਿਹਾ, ਕਦੇ ਆਪਣੇ ਉਸਤਾਦ ਟੀਚਰਾਂ ਨੂੰ ਨਹੀਂ ਕਿਹਾ ਵੀ ਤੁਸੀਂ ਰਾਖਸ਼ ਹੋ, ਕਿਉਂਕਿ ਇਹ ਚੀਜ਼ ਤੇ ਕੱਢਣੀ ਸੀ ਨਾ ਅੰਦਰੋਂ। ਉਹ ਪਾ ਰਹੇ ਸੀ ਵੀ ਤੂੰ ਦੇਵਤਿਆਂ ਦੇ ਵਿਰੁੱਧ ਬੋਲ, ਤੂੰ ਉਹਨਾਂ ਨੂੰ ਗਾਲਾਂ ਕੱਢਿਆ ਕਰੋ, ਆਪਣੇ ਨਹੀਂ ਨੇ, ਉਹ ਵੈਰੀ ਨੇ ਆਪਣੇ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਨਾਰਦ ਮੁਨੀ ਸਿਖਾਉਂਦੇ ਸੀ ਸਭ ਕਿਤੇ ਰੱਬ ਹੈ, ਉਸ ਕਰਤੇ ਤੋਂ ਬਗੈਰ ਕੋਈ ਨਹੀਂ, ਦੇਵੀ ਦੇਵਤੇ ਵੀ ਉਹਦੀ ਰਚਨਾ ਨੇ, ਉਸੇ ਨੇ ਸਾਜੇ ਹਨ। ਆਤਮ ਮਿਹ ਪਰ ਅਪਰਬ ਖਾਨੇ, ਵੇਦ ਅਰਥ ਕੋ ਕਮਤ ਨ ਜਾਣੇ। ਆਖਰਕਾਰ ਇੱਕ ਦਿਨ ਮੈਂ ਵੇਦਾਂ ਦੇ ਅਰਥ ਸੁਣਾ ਦਿੱਤੇ, ਧਾਰਮਿਕ ਵੇਦਾਂ ਦੇ। ਕਹਿੰਦੇ ਜੀ ਉਸ ਦਿਨ ਤੋਂ ਬਾਅਦ ਮੇਰੇ ਟੀਚਰਾਂ ਨੇ ਮੈਨੂੰ ਬੁਲਾਉਣਾ ਬੰਦ ਕਰਤਾ, ਕਿਉਂਕਿ ਵੇਦ ਤੇ ਦੇਵਤਿਆਂ ਦੀ ਰਚਨਾ ਹੈ, ਤੇ ਧਰਮ ਦੀ ਰਚਨਾ ਹੈ। ਰਾਖਸ਼ਾਂ ਨੂੰ ਵੇਦ ਥੋੜਾ ਚੰਗੇ ਲੱਗਦੇ ਆ, ਉਹ ਤੇ ਕਹਿੰਦੇ ਸੀ ਵਿਸ਼ਨੂੰ ਨੂੰ ਮਾਰਨਾ, ਬ੍ਰਹਮਾ ਮਾਰ ਦੇਣਾ ਸੀ, ਛੱਡਣਾ ਕੋਈ ਨਹੀਂ, ਕਿਉਂਕਿ ਰਾਜ ਸਾਡਾ ਹੈ, ਰਾਜੇ ਅਸੀਂ ਆ, ਰੱਬ ਅਸੀਂ ਆ। ਉਹ ਨਹੀਂ ਸੀ ਕਹਿੰਦੇ ਵੀ ਰੱਬ ਕਿਸੇ ਦਾ, ਕਹਿੰਦੇ ਅਸੀਂ ਰੱਬ। ਕਹਿੰਦੇ ਮੈਂ ਵੇਦਾਂ ਦੇ ਸਾਰ ਸੁਣਾਉਣੇ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦੇ। ਉਹਨਾਂ ਮੈਨੂੰ ਰੋਜ਼ ਇੱਕੋ ਗੱਲ ਕਹਿਣੀ, ਤੇਰੀ ਮੱਤ ਖਰਾਬ ਹੋ ਗਈ ਬੱਚਿਆ, ਤੇਰੀ ਬੁੱਧ ਭ੍ਰਿਸ਼ਟ ਹੋ ਗਈ, ਤੂੰ ਕਦੇ ਚੰਗਾ ਬੰਦਾ ਬਣ ਨਹੀਂ ਸਕਦਾ। ਕਬਹਿ ਨਾ ਹੋਏ ਤਾਹੇ ਕਲਿਆਣਾ, ਜਨਮ ਮਰਨ ਪਾਵੇ ਦੁਖ ਨਾਨਾ। ਇੱਕ ਦਿਨ ਮੈਨੂੰ ਬਾਹਰ ਬਿਠਾ ਕੇ ਸਮਝਾਉਂਦੇ ਆ, ਮੈਥੋਂ ਵੀ ਕਹਿ ਹੋ ਗਿਆ ਵੀ ਤੁਸੀਂ ਜੰਮਦੇ ਮਰਦੇ ਰਹਿਣਾ, ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ। ਕਹਿੰਦੇ ਮੈਂ ਸ਼ਰਾਫ ਨਹੀਂ ਸੀ ਦਿੱਤਾ, ਸੁਭਾਵਿਕ ਹੀ ਕਿਹਾ ਸੀ ਵੀ ਜੇ ਤੁਸੀਂ ਇਹ ਮਨੁੱਖਾ ਸਰੀਰ ਚ ਨਾ ਸੁਧਰੇ ਫਿਰ ਸੁਧਰਦੇ ਕਦੇ ਵੀ ਨਹੀਂ। ਆਖੋ ਸਤਿਨਾਮ, ਤੁਸੀਂ ਰਾਖਸ਼ ਹੋ, ਤੁਹਾਡੀ ਮੱਤ ਮਾੜੀ ਹੈ ਤੇ ਤੁਸੀਂ ਮੇਰੀ ਮੱਤ ਨੂੰ ਮਾੜਾ ਕਹਿੰਦੇ ਹੋ। ਜਦੋਂ ਕਹਿੰਦੇ ਮੇਰੇ ਟੀਚਰਾਂ ਨੇ ਮੇਰੇ ਤੋਂ ਸੁਣਿਆ ਨਾ, ਉਸਤਾਦਾਂ ਨੇ, ਉਹਨਾਂ ਸੋਟੀ ਲੈ ਕੇ ਮੈਨੂੰ ਕੁੱਟਿਆ। ਪਰ ਉਹ ਕੁੱਟਮਾਰ ਇੰਨੀ ਕੁ ਕਰਦੇ ਸੀ ਵੀ ਪਿਤਾ ਤੱਕ ਨਾ ਪਤਾ ਲੱਗੇ, ਕਿਉਂਕਿ ਪਿਤਾ ਨੇ ਤਾਂ ਟਾਰਗੇਟ ਸੈੱਟ ਕਰਤਾ ਨਾ ਵੀ ਮੇਰਾ ਪੁੱਤ ਮੇਰੀ ਸਿਫਤ ਕਰੇ, ਰਾਖਸ਼ਾਂ ਬਾਰੇ ਬੋਲੇ, ਮੈਨੂੰ ਨਹੀਂ ਪਤਾ ਕਿਸੇ ਗੱਲ ਦਾ, ਜਿਵੇਂ ਮਰਜ਼ੀ ਕਰਾਓ। ਹੋਲੀ ਸੋਲੀ ਇੰਚਾਰਜ ਬਣਾ ਦੇ। ਕਹਿੰਦੇ ਉਹਨਾਂ ਮੈਨੂੰ ਕੁੱਟ-ਕੁੱਟ ਕੇ ਮਨਾਉਣਾ, ਪੁੱਠੇ ਹੱਥਾਂ ਤੇ ਸੋਟੀਆਂ ਮਾਰਨੀਆਂ ਵੀ ਮੰਨ ਬੋਲ ਹਰਨਾਕਸ਼ ਦੀ ਜੈ। ਮੈਂ ਕਿਹਾ ਨਹੀਂ, ਤੁਸੀਂ ਜੰਮਦੇ ਮਰਦੇ ਰਹਿਣਾ ਹੈ, ਗੱਲਾਂ ਸਵਰਗਾਂ ਦੀਆਂ ਕਰਦੇ ਹੋ, ਤੁਹਾਡਾ ਜੀਵਨ ਨਰਕ ਹੈ। ਪੂਰਨ ਲਖੈ ਆਤਮ ਜੋਈ, ਭਵ ਬੰਧਨ ਤੇ ਛੂਟੈ ਸੋਈ। ਮੇਰਾ ਤੇ ਇੱਕੋ ਹੀ ਗਿਆਨ ਸੀ ਵੀ ਆਤਮਾ ਪਰਮਾਤਮਾ ਹੈ, ਤੁਸੀਂ ਇਹਨੂੰ ਮਾਰ ਨਹੀਂ ਸਕਦੇ। ਕਹਿੰਦੇ ਮੈਂ ਇੱਥੇ ਖੜ ਗਿਆ ਆ ਕੇ ਵੀ ਮੇਰੀ ਆਤਮਾ ਸੱਚੀ ਹੈ, ਆਤਮਾ ਮੇਰੀ ਰੱਬ ਹੈ, ਨਿਰੰਕਾਰ ਹੈ, ਇਹਨੂੰ ਮੈਥੋਂ ਕੌਣ ਦੂਰ ਕਰ ਦੂਗਾ। ਤੁਸੀਂ ਸਰੀਰ ਖੋ ਸਕਦੇ ਹੋ, ਸਵਾਸ ਖੋ ਸਕਦੇ ਹੋ, ਤੁਹਾਡੀ ਆਤਮਾ ਤੁਹਾਡਾ ਹਿਰਦਾ ਕੋਈ ਖੋ ਸਕਦਾ ਹੈ। ਕਹਿੰਦੇ ਮੈਂ ਕੱਟੜ ਹੋ ਕੇ ਬਹਿ ਗਿਆ, ਮੈਂ ਛੱਡ ਦਿੱਤੀ ਪੜ੍ਹਾਈ ਉਹਨਾਂ ਦੀ, ਅੱਠੇ ਪੈਰ ਚੌਂਕੜਾ ਲਾ ਕੇ ਰਾਮ 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 ਕਹਿਣਾ, ਪਰ ਉਹਨਾਂ ਮੈਨੂੰ ਦੁੱਖ ਦੇਣਾ, ਭੁੱਖੇ ਰੱਖਣਾ। ਤੇ ਰਾਜੇ ਕੋਲ ਪਿਤਾ ਮੇਰੇ ਕੋਲ ਰਿਪੋਰਟ ਭੇਜਣੀ ਵੀ ਤੇਰਾ ਪੁੱਤ ਲੱਗ ਪਿਆ ਦੈਂਤਾਂ ਦੀ ਬੋਲੀ ਬੋਲਣ, ਸਾਡੇ ਹੱਕ ਚ ਆ ਗਿਆ, ਸਾਡੀ ਵਿਦਿਆ ਪੜ੍ਹਦਾ। ਉਹ ਆਪਣੀ ਖੱਲ ਬਚਾਉਂਦੇ ਸੀ, ਉਹ ਆਪਣਾ ਖਿਆਲ ਰੱਖਦੇ ਆ ਵੀ ਜੇ ਰਾਜਾ ਸਾਡੇ ਤੇ ਕਰਮ ਨਾ ਹੋਵੇ, ਸਾਨੂੰ ਮਾੜਾ ਆਖੇ ਨਾ। ਹੁਣ ਕਰ ਅਸ ਬਚ ਸੰਡਾ ਮਰਕਾ, ਕਾਹੈ ਕਿ ਖੋਟੋ ਵੱਡ ਜਹ ਲਰਕਾ। ਪਰ ਕਹਿੰਦੇ ਸੰਡਾ ਮਰਕਾ ਵੀ ਉਹੀ ਬੋਲੀ ਬੋਲਣ ਲੱਗ ਪਏ। ਮੇਰੇ ਉਸਤਾਦ ਮੈਨੂੰ ਖੋਟਾ ਕਹਿਣ ਲੱਗ ਗਏ। ਜਦੋਂ ਘਰ ਦੇ ਖੋਟਾ ਕਹਿਣਗੇ ਤੇ ਬਾਹਰ ਦਿਆਂ ਤੇ ਬੋਲਣਾ ਹੈ। ਜਿੱਦਣ ਜਿੱਦਣ ਘਰ ਦੇ ਮਾੜਾ ਕਹਿਣਗੇ ਨਾ ਪਰਿਵਾਰ ਵਾਲੇ, ਲੋਕਾਂ ਦਾ ਮੂੰਹ ਤੁਸੀਂ ਨਹੀਂ ਫੜ ਸਕਦੇ। ਕਹਿੰਦੇ ਪਿਤਾ ਕਹਿੰਦਾ ਸੀ ਮੇਰੇ ਬੱਚੇ ਦੀ ਮੱਤ ਮਾੜੀ ਹੈ, ਮੇਰੇ ਉਸਤਾਦ ਮੈਨੂੰ ਕਹਿਣ ਲੱਗ ਪਏ ਸੰਡਾ ਮਰਕਾ। ਕਹਿੰਦੇ ਖੋਟੀ ਮੱਤ ਵਾਲਾ ਇਹਨੇ ਸੁਧਰਨਾ ਕਦੇ ਨਹੀਂ। ਅੱਜ ਤੋਂ 5 ਦਿਨ ਬਾਅਦ ਇਹਨੇ ਹਿਰਣਕਸ਼ਪ ਦੇ ਕੋਲ ਜਾਣਾ ਹੈ, ਹਰਨਾਕਸ਼ ਕੋਲੇ ਜਾਣਾ ਹੈ। ਜੇ ਇਹਨੇ ਫੇਰ ਇਹੀ ਬੋਲੀ ਇਹ ਸਾਡਾ ਨੁਕਸਾਨ ਕਰੇਗਾ।
ਕਿਉਂਕਿ ਇਹਦੇ ਪਿਤਾ ਨੇ ਤੇ ਕਹਿਣਾ ਨਾ ਵੀ ਤੁਸੀਂ ਇਹੀ ਕੁਝ ਪੜਾਉਨੇ, ਉਹਨੂੰ ਰੱਬ ਰੱਬ ਕਰੀ ਜਾਂਦਾ ਹੈ, ਤੁਸੀਂ ਮੇਰੇ ਬੱਚੇ ਨੂੰ ਵਿਗਾੜ ਰਹੇ ਹੋ। ਗੱਲ ਉਹਨਾਂ ਤੇ ਆ ਰਹੀ ਸੀ ਸਾਰੀ ਵੀ ਜਦੋਂ ਤੁਸੀਂ ਮਾਇਆ ਵੀ ਲੈਂਦੇ ਹੋ, ਸਭ ਕੁਝ ਲੈਂਦੇ ਹੋ, ਪੜਾਉਂਦੇ ਕਿਉਂ ਨਹੀਂ? ਕਹਿੰਦੇ ਜੀ ਉਹਨਾਂ ਰੀਝਾਂ ਨਾਲ ਮੈਨੂੰ ਕੁੱਟਣਾ, ਦਬਕਾਉਣਾ, ਕਦੇ ਮੈਨੂੰ ਹਨੇਰੇ 'ਚ ਬੰਦ ਕਰ ਦੇਣਾ, ਕਦੇ ਪਿਆਸ ਦੇ ਨਾਲ ਤੜਫਾਉਣਾ, ਕਦੇ ਮੈਨੂੰ ਕੁਝ ਬੋਲਣਾ, ਕਦੇ ਕੁਝ ਬੋਲਣਾ, ਮੇਰੇ ਪਿਤਾ ਬਾਰੇ ਬਹੁਤ ਕੁਝ ਬੋਲਣਾ, ਪਰ ਮੈਨੂੰ ਤੋੜਦੇ ਸੀ। ਮੈਂ ਕਿਸੇ ਵੀ ਦੁੱਖ ਦੇ ਵਿੱਚ ਕਦੇ ਦੁੱਖ ਨਹੀਂ ਜਾਣਿਆ। ਦੈਤਨ ਕੁਲ ਕਾਨਨ ਕੀ ਨਿਆਈ, ਬਿਸ਼ਨ ਕੁਠਾਰ ਸਮਾਨ ਨਸਾਈ। ਐਡੀ ਛੋਟੀ ਉਮਰ ਦੇ ਵਿੱਚ ਮੈਨੂੰ ਇਹ ਸੁਣਨ ਨੂੰ ਮਿਲਦਾ ਸੀ ਵੀ ਰਾਖਸ਼ਾਂ ਦੀ ਕੁੱਲ ਦੇ ਵਿੱਚ ਨਾ ਇਹ ਵਿਸ਼ਨੂੰ ਦਾ ਭਗਤ ਜਿਹੜਾ ਜੰਮ ਪਿਆ ਰੱਬ ਦਾ, ਇੱਕ ਕੁਹਾੜਾ ਬਣ ਗਿਆ। ਇੱਕ ਕੁਹਾੜਾ ਜੰਗਲ ਦਾ ਨੁਕਸਾਨ ਤਾਂ ਕਰਦਾ ਹੈ ਜੇ ਜੰਗਲ ਦੀ ਲੱਕੜ ਦਾ ਦਸਤਾ ਉਹਦੇ ਵਿੱਚ ਪਿਆ ਹੋਇਆ, ਉਹ ਤਾਂ ਜੰਗਲ ਵੱਢਦਾ ਹੈ। ਕਹਿੰਦੇ ਮੇਰੇ ਉਹ ਗੁਰੂ ਮੈਨੂੰ ਇੱਕੋ ਹੀ ਗੱਲ ਕਹਿਣ ਵੀ ਰਾਖਸ਼ਾਂ ਦੀ ਕੁੱਲ ਦਾ ਘਾਤ ਕਰੇਗਾ ਇਹ ਬੱਚਾ। ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ ਦਿਲ ਦਿਮਾਗ ਦੇ ਵਿੱਚ ਉਹਨਾਂ ਇਹ ਗੱਲਾਂ ਪਾਉਣੀਆਂ ਸ਼ੁਰੂ ਕਰਤੀਆਂ, ਵਿਸ਼ਨੂੰ ਦਾ ਭਗਤ ਹੈ, ਇਹ ਰੱਬ ਦਾ ਭਗਤ ਹੈ, ਇਹ ਸਾਡੀ ਦੈਂਤਾਂ ਦੀ ਕੁੱਲ ਨੂੰ ਸਦਾ ਲਈ ਖਤਮ ਕਰੇਗਾ। ਬਿਨ ਡੰਡੇ ਜੋ ਆਹੈ ਕਠਾਰਾ, ਕਾਟ ਨਾ ਸਕੈ ਹੈ ਬਿਟਪ ਨਿਰਧਾਰਾ। ਕਦੇ ਵੀ ਕੁਹਾੜਾ ਕੱਲਾ ਕੁਝ ਨਹੀਂ ਕਰ ਸਕਦਾ ਜੇ ਦਸਤਾ ਲੱਕੜ ਦਾ ਨਾ ਹੋਵੇ। ਕਹਿੰਦੇ ਹਿਰਣਕਸ਼ਪ ਸੋਚਦਾ ਮੇਰਾ ਪੁੱਤ ਮੇਰੀ ਭਗਤੀ ਕਰੇ, ਇਹ ਢੀਠ ਰੱਬ ਰੱਬ ਕਰਦਾ ਰਹਿੰਦਾ ਏ। ਕਹਿੰਦੇ ਇੰਨੇ ਗੁੱਸੇ ਵਿੱਚ ਆ ਕੇ ਉਹਨਾਂ ਮੇਰੇ ਬੈਂਤ ਦੀਆਂ ਸੋਟੀਆਂ ਮਾਰੀਆਂ। 5 ਸਾਲ ਦੇ ਬੱਚੇ ਭਗਤ ਪ੍ਰਹਿਲਾਦ ਦੇ ਕਹਿੰਦੇ ਨਹੀਂ ਸੀ ਵੇਖਦੇ ਵੱਜਦੀ ਕਿੱਥੇ ਹੈ। ਇੱਕ ਮੂੰਹ ਦਾ ਚਿਹਰਾ ਛੱਡ ਕੇ ਨਾ ਮੇਰਾ ਸਰੀਰ ਉਹਨਾਂ ਛਲਣੀ ਕਰਤਾ ਸੋਟੀਆਂ ਮਾਰ ਮਾਰ ਕੇ, ਪਰ ਮੈਂ ਕਦੇ ਹਾਈ ਨਹੀਂ ਕੀਤੀ, ਮੈਂ ਕਦੇ ਰੋਇਆ ਨਾ। ਜਦ ਵੀ ਸੋਟੀ ਵੱਜਣੀ ਮੈਂ ਹੱਸ ਕੇ ਕਹਿਣਾ ਹੇ ਰਾਮ। ਕਹਿੰਦੇ ਗੁੱਸੇ 'ਚ ਹੋਰ ਮਾਰਦੇ ਸੀ, ਕਹਿੰਦੇ ਹੋਰ ਬੋਲ, ਮੈਂ ਉੱਚੀ ਬੋਲਣਾ, ਮੈਂ ਹੱਸ ਪੈਣਾ, ਰੋਇਆ ਕਦੇ। ਮੈਨੂੰ ਢੀਠ ਆਖਣ ਲੱਗ ਪਏ, ਇੱਥੋਂ ਤੱਕ ਕਹਿਣ ਲੱਗੇ ਵੀ ਅਸੀਂ ਮੰਨ ਲਿਆ ਵੀ ਇਹਨੇ ਆਪ ਤੇ ਮਰਨਾ ਹੈ, ਸਾਨੂੰ ਸਭ ਨੂੰ ਲੈ ਕੇ ਬਹਿਣਾ। ਖੋ ਸਤਿਨਾਮ। ਉਹਦੇ ਗੁਰੂ ਕਹਿਣ ਲੱਗੇ ਭਗਤ ਪ੍ਰਹਿਲਾਦ ਦੇ। ਸੋ ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਨਾ ਇਤਿਹਾਸ ਦੇ ਪ੍ਰਸੰਗਾਂ ਦਾ ਕੱਲ ਆਨੰਦ ਮਾਣਾਂਗੇ। ਸੋ ਅੱਜ ਸਰਬੰਸ ਦਾਨੀ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਆਗਮਨ ਪੁਰਬ